ਕੀ ਹਾਲ ਨੇ ਸਾਥੀਓ। ਮੈਂ ਤੁਹਾਡਾ ਦੋਸਤ ਅਰੁਣ ਕੁਮਾਰ ਫੌਜੀਆਂ ਦੀ ਫੈਕਟਰੀ ਚੌਕੇ ਤੋਂ ਅੱਜ ਤੁਹਾਡੇ ਲਈ ਇੱਕ ਨਵਾਂ ਜੀਕੇ ਦਾ ਜੋ ਬਹੁਤ ਹੀ ਇੰਪੋਰਟੈਂਟ ਆਰਮੀ ਜੀਡੀ ਦੇ ਵਿੱਚ ਹਮੇਸ਼ਾ ਪੇਪਰ ਦੇ ਵਿੱਚ ਆਉਂਦਾ ਟੌਪਿਕ ਲੈ ਕੇ ਆਏ ਹਾਂ। ਟੌਪਿਕ ਹੈ ਕੌਂਟੀਨੈਂਟ। ਕੌਂਟੀਨੈਂਟ ਭਾਵ ਮਹਾਂਦੀਪ। ਅਸੀਂ ਦੇਖਦੇ ਹਾਂ ਕਿ ਸਾਡੀ ਧਰਤੀ ਜੋ ਹੈ ਉਹ ਵੰਡੀ ਹੋਈ ਆ ਮਹਾਂਸਾਗਰਾਂ ਅਤੇ ਮਹਾਂਦੀਪਾਂ ਦੇ ਵਿੱਚ। ਜ਼ਿਆਦਾ ਭਾਗ ਤੁਹਾਨੂੰ ਪਤਾ ਪਾਣੀ ਦਾ ਅਤੇ ਥੋੜ੍ਹਾ ਭਾਗ ਮਹਾਂਦੀਪਾਂ ਦਾ। ਤਾਂ ਕਰਕੇ ਜ਼ਿਆਦਾ ਭਾਗ ਪਾਣੀ ਦਾ, ਇਸ ਲਈ ਧਰਤੀ ਨੂੰ ਨੀਲਾ ਗ੍ਰਹਿ ਬਲੂ ਪਲੈਨਟ ਵੀ ਕਿਹਾ ਜਾਂਦਾ। ਜੇ ਗੱਲ ਕਰੀਏ ਮਹਾਂਦੀਪਾਂ ਦੀ, ਅਸੀਂ ਦੇਖਦੇ ਹਾਂ ਕਿ ਧਰਤੀ ਨੂੰ ਕੁੱਲ 7 ਮਹਾਂਦੀਪਾਂ ਦੇ ਵਿੱਚ ਵੰਡਿਆ ਹੋਇਆ। ਤੁਸੀਂ ਨਾਮ ਯਾਦ ਰੱਖਣੇ ਨੇ। ਮਹਾਂਦੀਪ ਨੇ ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਆਸਟ੍ਰੇਲੀਆ, ਅੰਟਾਰਕਟਿਕਾ। ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕੀ ਨੇ 7 ਮਹਾਂਦੀਪ ਸਾਡੇ ਸਾਹਮਣੇ ਆਉਂਦੇ ਨੇ। ਤੁਸੀਂ ਇਹਨਾਂ ਦੇ ਨਾਮ ਪੱਕਾ ਯਾਦ ਰੱਖਣੇ ਨੇ। ਅਤੇ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਇੱਕ 8ਵਾਂ ਮਹਾਂਦੀਪ ਦੀ ਵੀ ਖੋਜ ਹੋ ਰਹੀ ਆ। ਪੂਰਨ ਤੌਰ 'ਤੇ ਹਜੇ ਆਪਣੇ ਬੁੱਕਸ ਨਹੀਂ ਆਉਣ ਲੱਗਿਆ, ਪਰ ਤੁਸੀਂ ਫਿਰ ਵੀ ਕਰੰਟ ਅਫੇਅਰ ਦੇ ਤੌਰ 'ਤੇ ਯਾਦ ਰੱਖਣਾ। ਇੱਕ 8ਵਾਂ ਮਹਾਂਦੀਪ ਆ ਜ਼ੀਲੈਂਡੀਆ। ਕਿਹਾ ਗਿਆ ਕਿ ਜਿਹੜੀ ਆਸਟ੍ਰੇਲੀਆ ਧਰਤੀ ਆ ਨਾ, ਆਸਟ੍ਰੇਲੀਆ ਦੇ ਨਾਲ ਇੱਕ ਮਹਾਂਦੀਪ ਹੋਰ ਲੱਗਦਾ ਸੀ, ਪਰੰਤੂ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਵਧਣ ਕਰਕੇ ਉਹ ਮਹਾਂਸਾਗਰ ਜਿਹੜਾ ਮਹਾਂਦੀਪ ਆ ਉਹ ਪਾਣੀ 'ਚ ਆ ਗਿਆ। ਅਤੇ ਅੱਜ ਹੁਣ ਲੇਜ਼ਰ ਟੈਕਨੀਕਸ ਦੇ ਰਾਹੀਂ ਉਹ ਪਾਣੀ ਦੇ ਵਿੱਚ ਸਾਨੂੰ 8ਵਾਂ ਮਹਾਂਦੀਪ ਨਜ਼ਰ ਆ ਰਿਹਾ, ਦੈਟ ਇਜ਼ ਜ਼ੀਲੈਂਡੀਆ। ਅਸੀਂ ਦੇਖਦੇ ਹਾਂ ਕਿਹੜਾ ਨਿਊਜ਼ੀਲੈਂਡ ਆ, ਨਿਊਜ਼ੀਲੈਂਡ ਦਾ ਇਲਾਕਾ, ਅਤੇ ਪੈਪੂਆ ਨਿਊ ਗਿਨੀ ਆਸਟ੍ਰੇਲੀਆ ਦੇ ਨਾਲ ਲੱਗਦਾ, ਉਹਦਾ ਕਾਫੀ ਇਲਾਕਾ ਜ਼ੀਲੈਂਡੀਆ ਮਹਾਂਦੀਪ ਦੇ ਵਿੱਚ ਆਉਂਦਾ। ਚਲੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਸ਼ੀਆ ਮਹਾਂਦੀਪ ਦੀ। ਏਸ਼ੀਆ ਮਹਾਂਦੀਪ ਜਿਵੇਂ ਤੁਹਾਨੂੰ ਪਤਾ ਹੋਣਾ ਕਿ ਸਭ ਤੋਂ ਵੱਡਾ ਮਹਾਂਦੀਪ ਆ। ਚਾਹੇ ਤੁਸੀਂ ਉਹਨੂੰ ਪਾਪੂਲੇਸ਼ਨ ਬੇਸ 'ਤੇ ਦੇਖੋ ਜਾਂ ਫਿਰ ਦੇਖੋ ਉਹਨੂੰ ਖੇਤਰਫਲ ਦੇ ਪੱਖੋਂ, ਸਭ ਤੋਂ ਵੱਡਾ ਮਹਾਂਦੀਪ ਏਸ਼ੀਆ ਮਹਾਂਦੀਪ ਆ। ਅਸੀਂ ਦੇਖਦੇ ਹਾਂ ਇਹਦੇ 'ਤੇ ਸਾਨੂੰ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ। ਮਾਊਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਏਸ਼ੀਆ ਮਹਾਂਦੀਪ ਦੇ ਵਿੱਚ ਆ। ਇਹ ਨੇਪਾਲ ਦੇ ਵਿੱਚ ਆ। ਇਹਦੀ ਉਚਾਈ 8848 ਮੀਟਰ ਸੀ, ਪਰ ਹੁਣ ਦੁਬਾਰਾ ਤੋਂ ਚਾਈਨਾ ਦੇ ਵਿਗਿਆਨੀਆਂ ਨੇ ਇਹਨੂੰ ਦੁਬਾਰਾ ਮਾਪਿਆ ਅਤੇ ਪਤਾ ਲੱਗਿਆ ਕਿ ਇਹਦੀ ਉਚਾਈ 2 ਮੀਟਰ ਵੱਧ ਚੁੱਕੀ ਹੈ। ਪਹਿਲਾਂ ਐਵਰੈਸਟ ਨਾਂ ਦੇ ਅੰਗਰੇਜ਼ ਨੇ ਮਾਪਿਆ ਸੀ, ਪਰੰਤੂ ਹੁਣ 2 ਮੀਟਰ ਉਚਾਈ ਹੋਰ ਨਵੀਂ ਨਿਕਲ ਕੇ ਆਈ ਆ। ਤਾਂ ਅਸੀਂ ਜਿਹੜੀ ਅੱਜ ਉਚਾਈ ਕਹਿੰਦੇ ਹਾਂ ਉਹ 8850 ਮੀਟਰ ਕਹਿੰਦੇ ਹਾਂ। ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਸਭ ਤੋਂ ਲੋਐਸਟ ਪੁਆਇੰਟ ਡੈਡ ਸੀ ਉਹ ਵੀ ਏਸ਼ੀਆ ਮਹਾਂਦੀਪ 'ਚ ਆਉਂਦਾ। ਇਜ਼ਰਾਈਲ ਕੋਲ ਦੇਖੋਗੇ ਤੁਸੀਂ ਤਾਂ ਇਜ਼ਰਾਈਲ ਦੇ ਕੋਲ ਸਾਨੂੰ ਏਸ਼ੀਆ ਲੋਐਸਟ ਪੁਆਇੰਟ ਡੈਡ ਸੀ ਦੇਖਣ ਨੂੰ ਮਿਲਦਾ। ਅਸੀਂ ਦੇਖਦੇ ਹਾਂ ਕਿ ਇਹਦੇ ਵਿਚਕਾਰ ਨਮਕ ਦੀ ਮਾਤਰਾ ਬਹੁਤ ਜ਼ਿਆਦਾ, ਤਾਂ ਜਿਹੜਾ ਬੰਦਾ ਕੋਈ ਇਹਦੇ ਵਿੱਚ ਜਾਂਦਾ ਉਹ ਮਰਦਾ ਨਹੀਂ, ਤਾਂ ਕਰਕੇ ਇਹਨੂੰ ਡੈਡ ਸੀ ਕਹਿੰਦੇ ਨੇ ਵੀ ਇਹ ਮਰਿਆ ਹੋਇਆ ਗਾ, ਇਹ ਆਪ ਮਰਿਆ ਹੋਇਆ ਬੰਦਾ ਨਹੀਂ ਇਹ 'ਚ ਮਰਦਾ। ਇਹਦੇ ਵਿਚਕਾਰ ਨਮਕ ਦੀ ਮਾਤਰਾ ਇੰਨੀ ਜ਼ਿਆਦਾ ਕਿ ਕੋਈ ਜਾਨਵਰ ਇਹਦੇ ਵਿੱਚ ਨਹੀਂ ਰਹਿ ਸਕਦੇ, ਇਸ ਲਈ ਇਹਨੂੰ ਡੈਡ ਸੀ ਕਹਿੰਦੇ ਨੇ। ਕੁਐਸਚਨ ਰੱਖਣਾ ਕਿਹੜੇ ਮਹਾਂਦੀਪ 'ਚ ਆ ਏਸ਼ੀਆ 'ਚ, ਅਤੇ ਕਿਹੜੇ ਦੇਸ਼ ਵਿੱਚ ਆਉਂਦਾ, ਇਜ਼ਰਾਈਲ 'ਚ ਆਉਂਦਾ। ਅਸੀਂ ਦੇਖਦੇ ਹਾਂ ਕਿ ਸਭ ਤੋਂ ਜਿਹੜੀ ਵੱਡੀ ਲੇਕ ਆ ਕਿੱਥੋਂ ਦੀ, ਏਸ਼ੀਆ ਦੀ, ਦੈਟ ਇਜ਼ ਕੈਸਪੀਅਨ ਸਾਗਰ। ਕੈਸਪੀਅਨ ਸਾਗਰ ਏਸ਼ੀਆ ਦੀ ਸਭ ਤੋਂ ਵੱਡੀ ਝੀਲ ਆ। ਇਹ ਤੁਸੀਂ ਦੇਖੋਗੇ ਰਸ਼ੀਆ ਦੇ ਵਿੱਚ ਆਉਂਦੀ ਆ। ਰਸ਼ੀਆ ਅਤੇ ਈਰਾਨ, ਇੱਕ ਪਾਸੇ ਈਰਾਨ ਨਾਲ ਬਾਉਂਡਰੀ ਬਣਾਉਂਦੀ, ਇੱਕ ਪਾਸੇ ਰਸ਼ੀਆ ਨਾਲ ਬਾਉਂਡਰੀ ਬਣਾਉਂਦੀ ਆ। ਜਿਹੜੀ ਕੈਸਪੀਅਨ ਸੀ ਆ ਜਾਂ ਕੈਸਪੀਅਨ ਲੇਕ ਆ, ਇਹ ਸਾਨੂੰ ਵੱਖ ਕਰਦੀ ਆ ਯੂਰਪ ਮਹਾਂਦੀਪ ਨਾਲੋਂ। ਪਰ ਉਰਲੇ ਪਾਸੇ ਯੂਰਪ ਆ ਗਿਆ ਅਤੇ ਉਰਲੇ ਪਾਸੇ ਏਸ਼ੀਆ ਆ ਗਿਆ, ਪਰਲੇ ਪਾਸੇ ਯੂਰਪ ਆ ਗਿਆ। ਅਸੀਂ ਦੇਖਦੇ ਹਾਂ ਕਿ ਚਾਈਨਾ ਦੀ ਇੱਕ ਨਦੀ ਆ ਏਸ਼ੀਆ ਮਹਾਂਦੀਪ 'ਚ, ਹਵਾਂਗ ਹੋ, ਜਿਹਨੂੰ ਪੀਲੀ ਨਦੀ ਵੀ ਕਿਹਾ ਜਾਂਦਾ। ਤੁਹਾਨੂੰ ਕੁਐਸਚਨ ਆਊਗਾ ਕਿ ਇਹਨੂੰ ਪੀਲੀ ਨਦੀ ਕਾਹਤੋਂ ਕਹਿੰਦੇ ਨੇ। ਅਸੀਂ ਦੇਖਦੇ ਹਾਂ ਕਿ ਇਹ ਨਦੀ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ, ਕੈਲਸ਼ੀਅਮ ਦਾ ਰੰਗ ਪੀਲਾ ਹੁੰਦਾ, ਧਿਆਨ ਰੱਖਣਾ ਇਹ ਗੱਲ। ਤਾਂ ਜ਼ਿਆਦਾਤਰ ਸਾਨੂੰ ਖਦਾਨਾਂ 'ਚੋਂ ਮਿਲਦਾ, ਪਰੰਤੂ ਇਹ ਨਦੀ ਦੇ ਹੇਠਾਂ ਖਦਾਨਾਂ ਬਣੀਆਂ ਹੋਈਆਂ ਨੇ। ਜਦੋਂ ਪਾਣੀ ਵਗਦਾ ਤਾਂ ਉਹ ਖਦਾਨਾਂ ਨਾਲ ਕੈਲਸ਼ੀਅਮ ਨਿਕਲਦਾ, ਜਿਹਦੇ ਕਰਕੇ ਇਹਦਾ ਰੰਗ ਕੀ ਹੈ, ਪੀਲਾ ਹੋ ਜਾਂਦਾ। ਅਸੀਂ ਦੇਖਦੇ ਹਾਂ ਕਿ ਉਸੇ ਤਰ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਨਦੀ ਆ ਉਹ ਹੈਗੀ ਯਾਂਗਸੇ। ਯਾਂਗਸੇ ਨਦੀ ਏਸ਼ੀਆ ਦੀ ਸਭ ਤੋਂ ਵੱਡੀ ਨਦੀ ਆ। ਅਤੇ ਧਿਆਨ ਰੱਖੋ ਹਵਾਂਗ ਹੋ ਨਦੀ ਨੂੰ ਚਾਈਨਾ ਦਾ ਦੁੱਖ ਵੀ ਕਿਹਾ ਜਾਂਦਾ, ਕਿਉਂਕਿ ਨਦੀ 'ਚ ਉਹ ਨਦੀ ਲੰਬੀ ਨਦੀ ਆ, ਪਰੰਤੂ ਹਵਾਂਗ ਹੋ 'ਚ ਪਾਣੀ ਦੀ ਮਾਤਰਾ ਜ਼ਿਆਦਾ, ਤਾਂ ਹੜ੍ਹ ਬਹੁਤ ਆਉਂਦੇ ਨੇ। ਹੜ੍ਹ ਆਉਣ ਕਰਕੇ ਜਿਹੜੀ ਉੱਥੋਂ ਦੀ ਚੌਲਾਂ ਦੀ ਖੇਤੀ ਹੁੰਦੀ ਆ ਉਹ ਪ੍ਰਭਾਵਿਤ ਹੁੰਦੀ ਆ, ਤਾਂ ਕਰਕੇ ਇਹਨੂੰ ਸੌਰੋ ਆਫ ਚਾਈਨਾ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿ ਯਾਂਗਸੇ ਨਦੀ ਬਿਲਕੁਲ ਉੱਥੋਂ ਹੀ ਨਿਕਲਦੀ ਆ
ਜਿੱਥੋਂ ਸਿੰਧ ਨਦੀ ਨਿਕਲਦੀ ਆ ਅਤੇ ਜਿੱਥੋਂ ਬ੍ਰਹਮਪੁੱਤਰਾ ਨਦੀ ਨਿਕਲਦੀ ਆ। ਅਸੀਂ ਦੇਖਦੇ ਹਾਂ ਸਿੰਧ ਨਦੀ, ਬ੍ਰਹਮਪੁੱਤਰਾ ਨਦੀ ਅਤੇ ਯਾਂਗਸੇ ਨਦੀ ਤਿੰਨੋਂ ਇੱਕੋ ਹੀ ਥਾਂ ਤੋਂ ਨਿਕਲਦੀਆਂ ਨੇ। ਤੁਹਾਡੇ ਵਾਸਤੇ ਹੋਮਵਰਕ ਆ, ਤੁਸੀਂ ਲੱਭਣਾ ਕਿ ਇਹ ਤਿੰਨੋਂ ਨਦੀਆਂ ਕਿਹੜੀ ਜਗ੍ਹਾ ਤੋਂ ਨਿਕਲਦੀਆਂ ਨੇ। ਅਤੇ ਅਸੀਂ ਦੇਖਦੇ ਹਾਂ ਕਿ ਸਿੰਧ ਨਦੀ ਆਪਣੇ ਪਾਕਿਸਤਾਨ ਵੱਲ ਵਹਿ ਨਿਕਲਦੀ ਆ, ਬ੍ਰਹਮਪੁੱਤਰਾ ਨਦੀ ਅਸਾਮ ਰਾਹੀਂ ਹੁੰਦੀ ਹੋਈ ਪੱਛਮੀ ਬੰਗਾਲ 'ਚ, ਜਦਕਿ ਯਾਂਗਸੇ ਨਦੀ ਬਿਲਕੁਲ ਸਿਰ ਤੋਂ ਚੱਲ ਕੇ ਬਿਲਕੁਲ ਦੂਜੇ ਸਿਰੇ ਤੱਕ ਜਾ ਕੇ ਅਸੀਂ ਦੇਖਦੇ ਹਾਂ ਚਾਈਨਾ ਸੀ ਆਉਂਦਾ, ਉੱਥੇ ਜਾ ਕੇ ਆਪਣਾ ਪਾਣੀ ਨਦੀ ਵਿੱਚ ਪਾਉਂਦੀ ਆ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਸਮੂਹ, ਦੀਪ ਸਮੂਹ, ਗਰੁੱਪ ਆਫ ਆਈਲੈਂਡ, ਅਸੀਂ ਦੇਖਦੇ ਹਾਂ ਕਿ ਜਿਹੜੇ ਪਾਣੀ 'ਚ ਟਾਪੂ ਹੁੰਦੇ ਨੇ ਤਾਂ ਟਾਪੂਆਂ ਤੋਂ ਮਿਲ ਕੇ ਦੇਸ਼ ਬਣਦੇ ਨੇ, ਹੈ ਨਾ, ਵੀ 15 ਟਾਪੂ 20 ਟਾਪੂ ਉਹਨਾਂ ਨੂੰ ਇੱਕ ਦੇਸ਼ ਬਣਾ ਦਿੱਤਾ ਜਾਂਦਾ। ਜਿਵੇਂ ਮਾਲਦੀਵਸ 'ਚ ਕਾਫੀ ਟਾਪੂ ਨੇ, ਜਿਵੇਂ ਅੰਡੇਮਾਨ ਨਿਕੋਬਾਰ ਹੁਣ ਇੱਕ ਥੋੜ੍ਹੀ ਹੈ, ਇਹ ਕਿੰਨੇ ਹੀ ਜ਼ਿਆਦਾ ਦੈਟ ਇਜ਼ ਕਿ ਨਿੱਕੇ ਨਿੱਕੇ ਟਾਪੂਆਂ ਤੋਂ ਮਿਲ ਕੇ ਅੰਡੇਮਾਨ ਨਿਕੋਬਾਰ ਬਣਿਆ ਹੋਇਆ। ਉਸੇ ਤਰ੍ਹਾਂ ਅਸੀਂ ਜੇ ਕੁਐਸਚਨ ਆਵੇ ਕਿ ਸਭ ਤੋਂ ਵੱਡਾ ਦੇਸ਼ ਕਿਹੜਾ ਗਾ ਟਾਪੂਆਂ ਦਾ, ਨਿੱਕੇ ਨਿੱਕੇ ਟਾਪੂਆਂ ਦਾ, ਤਾਂ ਉੱਤਰ ਆਊਗਾ ਇੰਡੋਨੇਸ਼ੀਆ। ਇਹਨੂੰ ਇੰਗਲਿਸ਼ ਦੇ ਵਿਚਕਾਰ ਆਰਕੀਪਲੈਗੋ ਕਿਹਾ ਜਾਂਦਾ, ਪਰ ਆਪਾਂ ਯਾਦ ਰੱਖਣਾ ਦੀਪ ਸਮੂਹ ਆਈਲੈਂਡਸ। ਤਾਂ ਗਰੁੱਪ ਆਫ ਆਈਲੈਂਡਸ ਕੀ ਕਹਾਉਂਦਾ ਗਾ, ਆਰਕੀਪਲੈਗੋ ਕਹਾਉਂਦਾ। ਸਭ ਤੋਂ ਵੱਡਾ ਆਰਕੀਪਲੈਗੋ ਦੈਟ ਇਜ਼ ਇੰਡੋਨੇਸ਼ੀਆ। ਜੇ ਕੁਐਸਚਨ ਆਇਆ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਕਿਹੜੇ ਦੇਸ਼ 'ਚ ਹੈ ਮਿੱਤਰੋ, ਤਾਂ ਧਿਆਨ ਰੱਖਣਾ ਉਹ ਪਾਕਿਸਤਾਨ, ਉਹ ਸਾਊਦੀ ਅਰਬ, ਉਹ ਇਜ਼ਰਾਈਲ, ਈਰਾਨ, ਇਹਨਾਂ ਦੇਸ਼ਾਂ 'ਚ ਨਹੀਂ ਹੈਗੀ। ਇਹ ਕਹਿਣ ਨੂੰ ਹੀ ਮੁਸਲਿਮ ਦੇਸ਼ ਨੇ, ਪਰੰਤੂ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਇੰਡੋਨੇਸ਼ੀਆ ਦੇ ਵਿੱਚ ਦੇਖਣ ਨੂੰ ਮਿਲਦੀ ਆ। ਮੁਸਲਿਮ ਦੀ ਸਭ ਤੋਂ ਜ਼ਿਆਦਾ ਆਬਾਦੀ, ਧਿਆਨ ਰੱਖਣਾ ਮਿੱਤਰੋ ਸਾਥੀਓ, ਪਾਕਿਸਤਾਨ 'ਚ ਨਹੀਂ ਹੈਗੀ। ਜੀ 'ਚ ਕੁਐਸਚਨ ਆਇਆ ਹੋਇਆ, ਸਭ ਤੋਂ ਜ਼ਿਆਦਾ ਆਬਾਦੀ ਕਿਹਦੇ ਵਿੱਚ ਹੈਗੀ, ਇੰਡੋਨੇਸ਼ੀਆ 'ਚ। ਦੂਜੇ ਨੰਬਰ 'ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਪਾਈ ਜਾਂਦੀ ਹੈ ਭਾਰਤ ਵਿੱਚ। ਧਿਆਨ ਰੱਖਣਾ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਪਹਿਲੇ ਨੰਬਰ 'ਤੇ ਇੰਡੋਨੇਸ਼ੀਆ, ਦੂਸਰੇ ਨੰਬਰ 'ਤੇ ਸਾਥੀਓ ਭਾਰਤ ਆਉਂਦਾ। ਅੱਗੇ ਚੱਲਦੇ ਹਾਂ, ਯਾਦ ਰੱਖਣਾ ਇਹ ਗੱਲ ਨੂੰ। ਅੱਗੇ ਚੱਲਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡੇ ਏਸ਼ੀਆ ਮਹਾਂਦੀਪ 'ਚ ਸਭ ਤੋਂ ਤਰੱਕੀ ਕਰਨ ਵਾਲਾ ਦੇਸ਼ ਚੀਨ ਨਹੀਂ ਹੈਗਾ, ਜਾਪਾਨ ਆ। ਧਿਆਨ ਰੱਖਣਾ ਇਹ ਗੱਲ ਵਿਚਕਾਰ, ਸਮਝੀ ਗੱਲ ਨੂੰ। ਮੋਸਟ ਇੰਡਸਟਰੀਲਾਈਜ਼ਡ ਨੇਸ਼ਨ, ਜਿਹਦੇ 'ਚ ਸਭ ਤੋਂ ਜ਼ਿਆਦਾ ਆਧੁਨਿਕਰਨ ਆ, ਉਹ ਚਾਈਨਾ ਨਹੀਂ ਹੈਗਾ, ਉਹ ਸਾਥੀਓ ਜਾਪਾਨ ਆਗਾ। ਧਿਆਨ ਰੱਖਣਾ। ਦੂਜੇ ਨੰਬਰ 'ਤੇ ਜਿਹੜਾ ਮਾਇਨਮਾਰ ਆ, ਜਿਹਨੂੰ ਬਰਮਾ ਕਿਹਾ ਜਾਂਦਾ ਸੀ, ਪੁਰਾਣੇ ਸਮੇਂ 'ਚ ਬਰਮਾ ਸੀਗਾ, ਅੱਜ ਇਹਨੂੰ ਮਾਇਨਮਾਰ ਕਹਿੰਦੇ ਨੇ। ਥੋੜ੍ਹਾ ਜਿਹਾ ਇਹਦੇ ਬਾਰੇ ਪੜ੍ਹਨਾ ਮਾਇਨਮਾਰ ਬਾਰੇ, ਕਿਉਂਕਿ ਇੱਥੇ ਹੁਣ ਫੌਜੀ ਰੂਲ ਆ ਗਿਆ। ਅਸੀਂ ਦੇਖਦੇ ਹਾਂ ਕਿ ਇੱਥੋਂ ਦੇ ਜਿਹੜੀ ਪਹਿਲਾਂ ਰਾਸ਼ਟਰਪਤੀ ਸੀ ਆਂਗ ਸਾਨ ਸੂ ਕੀ, ਨਾਮ 'ਤੇ ਫੋਕਸ ਕਰਨਾ, ਕਾਫੀ ਇੰਪੋਰਟੈਂਟ ਨਾਮ ਆ, ਨੋਬਲ ਪ੍ਰਾਈਜ਼ ਵਿਜੇਤਾ ਨੇ ਇਹ ਆਂਗ ਸਾਨ ਸੂ ਕੀ। ਇਹਨਾਂ ਨੂੰ ਅੱਜ ਤੋਂ ਸਾਲ ਕੁ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉੱਥੋਂ ਦੇ ਰਾਜੇ ਯਾਨੀ ਕਿ ਫੌਜੀ ਜਿਹੜਾ ਪ੍ਰੈਜ਼ੀਡੈਂਟ ਸੀ, ਫੌਜ ਦੇ ਮੁਖੀ ਸੀ, ਉਹਨੇ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰਤਾ ਸੀ। ਅੱਜ ਉੱਥੇ ਫੌਜੀ ਰੂਲ ਆ, ਤਾਂ ਕਾਫੀ ਦੰਗੇ ਵੀ ਹੁੰਦੇ ਰਹਿੰਦੇ ਨੇ, ਕਿਉਂਕਿ ਡੈਮੋਕ੍ਰੇਸੀ ਤੋਂ ਇੱਕਦਮ ਉੱਥੇ ਫੌਜੀ ਰੂਲ ਆਇਆ, ਤਾਂ ਲੋਕਾਂ ਦੇ ਜਿਹੜੇ ਰਾਈਟਸ ਸੀ, ਫੰਡਾਮੈਂਟਲ ਰਾਈਟਸ, ਉਹ ਖਤਮ ਹੋਏ ਨੇ, ਤਾਂ ਕਰਕੇ ਇਹਦੇ ਕੁਐਸਚਨ ਬਣਦਾ। ਮਾਇਨਮਾਰ, ਇਹਨੂੰ ਲੈਂਡ ਆਫ ਮਾਊਂਟੇਨਸ, ਬਹੁਤ ਸਾਰੀਆਂ ਨਦੀਆਂ ਇਹਦੇ ਵਿੱਚ ਵਹਿੰਦੀਆਂ ਨੇ। ਧਿਆਨ ਰੱਖਣਾ ਇੱਕ ਬਹੁਤ ਹੀ ਇੰਪੋਰਟੈਂਟ ਨਦੀ ਹੈ ਮੈਕੋਂਗ ਨਦੀ, ਯਾਦ ਰੱਖਣਾ। ਮੈਕੋਂਗ ਨਦੀ ਮਾਇਨਮਾਰ ਵਿੱਚ ਦੀ ਹੋ ਕੇ ਲੰਘਦੀ ਆ। ਪਾਕਿਸਤਾਨ ਨੂੰ ਕੰਟਰੀ ਆਫ ਕਨਾਲਸ ਕਿਹਾ ਜਾਂਦਾ। ਬਹੁਤ ਸਾਰੀਆਂ ਨਹਿਰਾਂ ਨਿਕਲਦੀਆਂ ਨੇ। ਅਸੀਂ ਦੇਖਦੇ ਹਾਂ ਕਿ ਅੰਗਰੇਜ਼ਾਂ ਨੇ ਜਦੋਂ ਉਹਨਾਂ ਨੇ ਭਾਰਤ ਪੰਜਾਬ ਜਿੱਤਦੇ ਨੇ, ਤਾਂ ਉਹ ਦੇਖਦੇ ਨੇ ਕਿ ਇਹ ਇਲਾਕਾ ਕਾਫੀ ਮਾਰੂਥਲੀ ਇਲਾਕਾ, ਪਰੰਤੂ ਬਹੁਤ ਵੱਡਾ ਭੂ ਭਾਗ ਆ, ਤਾਂ ਅੰਗਰੇਜ਼ ਵੱਡੇ ਪੱਧਰ 'ਤੇ ਆਪਣੀ ਇਹਨਾਂ ਇਲਾਕਿਆਂ 'ਤੇ ਪਾਕਿਸਤਾਨ ਵਾਲੇ ਪੰਜਾਬ 'ਤੇ ਬਹੁਤ ਜ਼ਿਆਦਾ ਨਹਿਰਾਂ ਦਾ ਨਿਰਮਾਣ ਕਰਦੇ ਨੇ। ਅੱਜ ਕੱਲ੍ਹ ਉਹੀ ਨਹਿਰਾਂ ਉੱਥੇ ਖੇਤੀਬਾੜੀ ਦਾ ਸਭ ਤੋਂ ਵਧੀਆ ਸਾਧਨ ਬਣੀਆਂ ਹੋਈਆਂ ਨੇ। ਤਾਂ ਹੀ ਜਦੋਂ ਵੰਡ ਹੁੰਦੀ ਆ, ਕਿਉਂਕਿ ਇਹਨਾਂ ਨੇ ਬਹੁਤ ਇਨਵੈਸਟਮੈਂਟ ਕੀਤਾ ਸੀਗਾ, ਅੰਗਰੇਜ਼ਾਂ ਨੇ ਪਾਕਿਸਤਾਨ ਵਾਲੇ ਪੰਜਾਬ 'ਚ ਬਹੁਤ ਇਨਵੈਸਟਮੈਂਟ ਕੀਤਾ, ਤਾਂ ਅਸੀਂ ਚਾਹੁੰਦੇ ਨਹੀਂ ਸੀ ਕਿ ਇਹ ਸਾਥੋਂ ਵੱਖ ਹੋ ਜਾਵੇ। ਪਰੰਤੂ ਉਸ ਟਾਈਮ 'ਤੇ ਮੁਹੰਮਦ ਅਲੀ ਜਿੰਨ੍ਹਾਂ ਨੂੰ ਪਾਕਿਸਤਾਨ ਦਾ ਫਾਦਰ, ਕੁਐਸਚਨ ਆਊਗਾ ਹੂ ਇਜ਼ ਦਾ ਫਾਦਰ ਆਫ ਪਾਕਿਸਤਾਨ, ਤਾਂ ਇਟ ਇਜ਼ ਮੁਹੰਮਦ ਅਲੀ ਜਿੰਨਾ। ਮੁੰਬਈ ਤੋਂ ਬਿਲੋਂਗ ਕਰਦੇ ਸੀਗੇ, ਬਹੁਤ ਵੱਡੇ ਵਕੀਲ ਸੀ, ਮਹਾਰਾਸ਼ਟਰ ਤੋਂ ਜਨਮ ਹੋਇਆ, ਪਰੰਤੂ ਉਹਨਾਂ ਹੌਲੀ ਹੌਲੀ ਉਹਨਾਂ ਦੀ ਪੜ੍ਹਾਈ ਇਹੋ ਜਿਹੀ ਹੋ ਗਈ, ਉਹ ਕਹਿ ਰਹੇ ਨੇ ਕਿ ਜਿਹੜੇ ਹਿੰਦੂਜ਼ ਨੇ ਭਾਰਤ ਅਤੇ ਮੁਸਲਿਮਸ ਨੇ, ਉਹ ਬਿਲਕੁਲ ਵੱਖੋ ਵੱਖਰੇ ਨੇ, ਨਾ ਹੀ ਉਹਨਾਂ ਦਾ ਕੋਈ ਕਲਚਰ ਮਿਲਦਾ, ਨਾ ਹੀ ਉਹਨਾਂ ਦੀ ਕੋਈ ਭਾਸ਼ਾ ਮਿਲਦੀ ਆ, ਨਾ ਹੀ ਉਹਨਾਂ ਦਾ ਧਰਮ ਇੱਕੋ ਜਿਹਾ, ਸਭ ਕੁਝ ਵੱਖੋ ਵੱਖਰਾ। ਤਾਂ ਸਾਨੂੰ ਇਹਦੇ ਆਧਾਰ 'ਤੇ ਇੱਕ ਅਲੱਗ ਦੇਸ਼ ਬਣਾ ਦਿੱਤਾ ਜਾਵੇ। ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਲੰਮੀ 1913-14 ਤੋਂ 1906 ਦੇ ਵਿੱਚ ਮੁਸਲਿਮ ਲੀਗ ਪਾਰਟੀ ਬਣਦੀ ਹੈ, ਗੌਰ ਕਰਨਾ। ਤਾਂ ਮੁਸਲਿਮ ਲੀਗ ਪਾਰਟੀ ਦੀ ਸਥਾਪਨਾ ਹੁੰਦੀ ਆ, ਉਹ ਤੋਂ ਬਾਅਦ ਜਾ ਕੇ ਅਸੀਂ ਦੇਖਦੇ ਹਾਂ ਕਿ 6 ਤੋਂ 47 ਤੱਕ 40-41 ਸਾਲ ਇਹਨਾਂ ਦਾ ਇੱਕੋ ਹੀ ਮੁੱਦਾ ਹੁੰਦਾ ਕਿ ਸਾਨੂੰ ਵੱਖਰਾ ਦੇਸ਼ ਚਾਹੀਦਾ, ਵੱਖਰਾ ਦੇਸ਼ ਚਾਹੀਦਾ। ਤਾਂ 1947 ਦੇ ਵਿਚਕਾਰ ਅਲੱਗ ਪਾਕਿਸਤਾਨ ਬਣਦਾ। ਅਸੀਂ ਦੇਖਦੇ ਹਾਂ
ਕਿਹੜਾ ਜਾਪਾਨ ਆ, ਬਹੁਤ ਵਧੀਆ ਕੁਐਸਚਨ ਆ। ਇਹ ਬਿਲਕੁਲ ਦੁਨੀਆ ਦੇ ਪੂਰਬ ਵਿੱਚ ਆਉਂਦਾ। ਸਭ ਤੋਂ ਪਹਿਲਾਂ ਜਦੋਂ ਸੂਰਜ ਚੜ੍ਹਦਾ ਤਾਂ ਸਭ ਤੋਂ ਪਹਿਲਾਂ ਕਿੱਥੇ ਦਿਖਦਾ? ਪੂਰਬ 'ਚ ਦਿਖਦਾ, ਜਾਪਾਨ 'ਚ ਦਿਖਦਾ। ਤਾਂ ਜਾਪਾਨ ਨੂੰ ਲੈਂਡ ਆਫ ਰਾਈਜ਼ਿੰਗ ਸਨ ਕਿਹਾ ਜਾਂਦਾ। ਅੱਗੇ ਵਧੀਏ, ਸਾਡਾ ਦੂਜਾ ਮਹਾਂਦੀਪ ਹੈ ਅਫਰੀਕਾ। ਬਹੁਤ ਹੀ ਸਾਥੀਓ ਇੰਪੋਰਟੈਂਟ ਮਹਾਂਦੀਪ ਆ। ਜੇ ਗੱਲ ਕਰੀਏ ਆਪਾਂ ਖਿਦਾਨਾਂ ਤੋਂ, ਪਰੰਤੂ ਸਭ ਤੋਂ ਗਰੀਬ ਮਹਾਂਦੀਪ ਵੀ ਇਹਨੂੰ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿਹੜਾ ਫਸਟ ਵਰਲਡ ਵਾਰ, ਜੇ ਸਾਥੀਓ ਕੁਐਸਚਨ ਆਉਂਦਾ ਕਿ ਪਹਿਲਾ ਵਿਸ਼ਵ ਯੁੱਧ ਕਦੋਂ ਸਟਾਰਟ ਹੋਇਆ, ਤਾਂ ਤੁਸੀਂ ਦੇਖੋਗੇ 1913 ਤੋਂ 1914। ਕਈ ਬੁੱਕਸ 'ਚ 1914 ਵੀ ਲਿਖਿਆ ਹੁੰਦਾ, ਪਰੰਤੂ ਜਿਹੜੀ NCERT ਜੀ ਨੇ ਉਹ 1913 ਤੋਂ 1919 ਲਿਖਦੀਆਂ ਨੇ। ਉਦੋਂ ਪਹਿਲਾ ਵਿਸ਼ਵ ਯੁੱਧ, ਅਤੇ ਦੂਜਾ 1939 ਤੋਂ 1945 ਦੇ ਵਿੱਚ। ਤੁਸੀਂ ਦੇਖੋਗੇ ਜਿਹੜਾ ਪਹਿਲਾ ਵਿਸ਼ਵ ਯੁੱਧ ਆ ਉਹਦਾ ਮੁੱਖ ਕਾਰਨ ਅਫਰੀਕਾ ਮਹਾਂਦੀਪ ਸੀ। ਅਸੀਂ ਦੇਖਦੇ ਹਾਂ ਕਿ ਭਾਵੇਂ ਉਹ ਇੰਗਲੈਂਡ ਹੋਇਆ, ਭਾਵੇਂ ਉਹ ਫਰਾਂਸ ਹੋਇਆ, ਭਾਵੇਂ ਉਹ ਜਰਮਨੀ ਹੋਇਆ, ਭਾਵੇਂ ਉਹ ਆਸਟਰੀਆ ਹੋਇਆ, ਭਾਵੇਂ ਉਹ ਰਸ਼ੀਆ ਹੋਇਆ, ਇਹ ਵੱਡੇ ਯੂਰਪ ਦੇ ਦੇਸ਼ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ, ਜਿਵੇਂ ਅੰਗਰੇਜ਼ਾਂ ਦਾ ਭਾਰਤ 'ਤੇ ਰਾਜ ਆ, ਅਸੀਂ ਵੀ ਬਾਕੀ ਅਫਰੀਕਾ ਦੇ ਮਹਾਂਦੀਪਾਂ 'ਤੇ ਰਾਜ ਕਰੀਏ। ਕਿਉਂਕਿ ਅਫਰੀਕਾ ਦੇ ਵਿਚਕਾਰ ਕਾਲੇ ਲੋਕ ਸੀ, ਉਹ ਗੋਰੇ ਲੋਕ ਉਹਨਾਂ ਨੂੰ ਗੁਲਾਮ ਮੰਨਦੇ ਸੀਗੇ। ਉਹਨਾਂ ਨੂੰ ਐਂ ਸੀ ਵੀ ਇਹ 'ਤੇ ਜਿੱਤ ਪ੍ਰਾਪਤ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਦੇਸ਼ਾਂ 'ਚ ਲੈ ਕੇ ਜਾਵਾਂਗੇ। ਉੱਥੇ ਗੁਲਾਮ ਪ੍ਰਥਾ ਚੱਲਦੀ ਸੀ, ਖਰੀਦ ਕੇ ਬੰਦਿਆਂ ਨੂੰ ਵੱਡੇ ਪੱਧਰ 'ਤੇ ਸ਼ੋਸ਼ਣ ਹੁੰਦਾ ਸੀ। ਫੈਕਟਰੀਆਂ 'ਚ 15-15, 20-20 ਘੰਟੇ ਕੰਮ ਕਰਵਾਉਂਦੇ ਸੀ ਉਹਨਾਂ ਤੋਂ। ਤਾਂ ਉਹਨਾਂ ਦਾ ਇਹ ਸੀ ਵੀ ਅਸੀਂ ਜਿੱਤੀਏ ਇਹਨਾਂ ਨੂੰ, ਤਾਂ ਉਹਦੇ ਲਈ ਇਹਨਾਂ 'ਚ ਲੜਾਈਆਂ ਹੋਈਆਂ। ਫਸਟ ਵਰਲਡ ਵਾਰ ਦਾ ਕਾਰਨ ਵੀ ਇਹੀ ਸੀ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਅੰਗਰੇਜ਼ ਜਾਂਦੇ ਨੇ, ਜਾਂ ਜਿਹੜੇ ਬ੍ਰਿਟਿਸ਼ਰਜ਼ 1945 ਦੂਜੇ ਯੁੱਧ ਤੋਂ ਬਾਅਦ ਇਹਨਾਂ ਨੂੰ ਛੱਡ ਕੇ ਜਾਂਦੇ ਨੇ, ਤਾਂ ਇਸ ਤੋਂ ਬਾਅਦ ਉਹਨਾਂ ਦਾ ਬਹੁਤ ਮਾੜਾ ਹਾਲ ਹੁੰਦਾ। ਤਾਂ ਅਸੀਂ ਦੇਖਦੇ ਹਾਂ ਕਿ ਅਫਰੀਕਾ ਬਹੁਤ ਗਰੀਬ ਦੇਸ਼ ਆ, ਅਤੇ ਪਰ ਦੁਨੀਆ ਦਾ ਸਭ ਤੋਂ ਆਫਟਰ ਏਸ਼ੀਆ ਦੂਜੇ ਨੰਬਰ 'ਤੇ ਸਭ ਤੋਂ ਵੱਡਾ ਜਿਹੜਾ ਮਹਾਂਦੀਪ ਆ ਉਹ ਅਫਰੀਕਾ ਦਾ। ਕੁਐਸਚਨ ਇੱਕ ਬਹੁਤ ਇੰਪੋਰਟੈਂਟ ਆ। ਅਸੀਂ ਦੇਖਦੇ ਹਾਂ 3 ਲਾਈਨਾਂ ਧਰਤੀ ਨੂੰ ਜਦੋਂ ਸਮਝਾਉਣੇ ਆ, 3 ਲਾਈਨਾਂ ਬਣਾਉਣੇ ਆ। ਇਟ ਇਜ਼ ਕਰਕ ਰੇਖਾ, ਜਿਹੜੀ 23.5 ਡਿਗਰੀ 'ਤੇ ਬਣਦੀ ਹੈ। ਕਰਕ ਰੇਖਾ, ਮਕਰ ਰੇਖਾ ਅਤੇ ਭੂਮੱਧ ਰੇਖਾ। ਸਾਥੀਓ ਯਾਦ ਰੱਖਣਾ, ਕਰਕ ਰੇਖਾ 23.5 ਡਿਗਰੀ ਉੱਤਰ 'ਚ ਬਣਦੀ ਆ, ਮਕਰ ਰੇਖਾ 23.5 ਡਿਗਰੀ ਦੱਖਣ 'ਚ ਬਣਦੀ ਆ, ਅਤੇ 0 ਡਿਗਰੀ 'ਤੇ ਭੂਮੱਧ ਰੇਖਾ ਹੁੰਦੀ ਆ। ਸਾਥੀਓ ਕੁਐਸਚਨ ਆਊ, ਕਿਹੜਾ ਮਹਾਂਦੀਪ ਆ ਜਿਸ ਦੇ ਵਿੱਚ ਦੀ 3 ਰੇਖਾਵਾਂ ਲੰਘਦੀਆਂ ਨੇ? ਕਰਕ ਰੇਖਾ, ਮਕਰ ਰੇਖਾ ਅਤੇ ਭੂਮੱਧ ਰੇਖਾ। ਤਾਂ ਉੱਤਰ ਆਊਗਾ ਅਫਰੀਕਾ ਮਹਾਂਦੀਪ। ਅਫਰੀਕਾ ਮਹਾਂਦੀਪ ਦੇ ਵਿੱਚ ਦੀ ਤਿੰਨੋਂ ਤਰ੍ਹਾਂ ਦੀਆਂ ਰੇਖਾਵਾਂ ਪਾਸ ਕਰਦੀਆਂ ਨੇ। ਅਸੀਂ ਦੇਖਦੇ ਹਾਂ ਅਫਰੀਕਾ ਦੀ ਸਭ ਤੋਂ ਲੰਬੀ ਨਦੀ, ਨੀਲ ਨਦੀ ਹੈ। ਇਹ ਅਫਰੀਕਾ ਦੀ ਨਹੀਂ, ਇਹ ਸਾਰੇ ਦੁਨੀਆ ਦੀ ਸਭ ਤੋਂ ਲੰਬੀ ਨਦੀ ਆ, ਕਿਉਂਕਿ ਦੈਟ ਇਜ਼ ਕਿ ਇਹ ਬਹੁਤ ਹੀ ਹੇਠੋਂ ਚੱਲ ਕੇ ਉੱਪਰਲੇ ਪਾਸੇ ਭੂਮੱਧ ਸਾਗਰ ਆਉਂਦਾ, ਹੇਠਾਂ ਤੋਂ ਚੱਲਦੀ ਹੈ ਸੁਪੀਰੀਅਰ ਲੇਕ ਤੋਂ ਚੱਲਦੀ ਹੋਈ। ਅਸੀਂ ਦੇਖਦੇ ਹਾਂ ਕਿ ਮੈਡੀਟੇਰੀਅਨ ਸੀ ਭੂਮੱਧ ਸਾਗਰ ਦੇ ਵਿੱਚ ਆਪਣਾ ਪਾਣੀ ਦਿੰਦੀ ਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦੀ ਇਹ ਲੰਘਦੀ ਆ, ਅਤੇ ਸਭ ਤੋਂ ਜ਼ਿਆਦਾ ਇਹ ਇਜਿਪਟ, ਮਿਸਰ ਦੇਸ਼ ਦੀ ਲੰਘਦੀ ਹੈ। ਇਹਨੂੰ ਮਿਸਰ ਦੀ ਲਾਈਫ ਲਾਈਨ, ਮਿਸਰ ਦੇਸ਼ ਦੀ ਲਾਈਫ ਲਾਈਨ ਵੀ ਕਿਹਾ ਜਾਂਦਾ। ਅੱਗੇ ਚੱਲਦੇ ਹਾਂ। ਅਸੀਂ ਦੇਖਦੇ ਹਾਂ ਕਿ ਇਸ ਤੋਂ ਇਲਾਵਾ ਇੱਥੇ ਇੱਕ ਨਦੀ ਕੋਂਗੋ ਨਦੀ ਵਹਿੰਦੀ ਆ। ਕੋਂਗੋ ਨਦੀ ਅਫਰੀਕਾ ਦੀ ਬਹੁਤ ਮਹੱਤਵਪੂਰਨ ਨਦੀ ਹੈ। ਕੁਐਸਚਨ ਆਊਗਾ, ਕਿਹੜੀ ਨਦੀ ਜਿਹੜੀ ਭੂਮੱਧ ਰੇਖਾ ਨੂੰ 2 ਵਾਰ ਕੱਟਦੀ ਆ, ਪਰ 2 ਵਾਰ ਭੂਮੱਧ ਰੇਖਾ ਵਿੱਚ ਦੀ ਪਾਸ ਕਰਦੀ ਹੈ? ਦੁਨੀਆ ਦਾ ਸਭ ਤੋਂ ਜ਼ਿਆਦਾ ਮੀਂਹ ਕਿੱਥੇ ਪੈਂਦਾ? ਤਾਂ ਉੱਤਰ ਆਊਗਾ ਭੂਮੱਧ ਰੇਖਾ 'ਤੇ। ਸਾਥੀਓ ਜਿੱਥੇ ਗਰਮੀ ਜ਼ਿਆਦਾ ਹੁੰਦੀ ਆ ਉੱਥੇ ਜ਼ਿਆਦਾ ਮੀਂਹ ਆਉਂਦਾ। ਦੁਨੀਆ ਦੀ ਸਭ ਤੋਂ ਜ਼ਿਆਦਾ ਗਰਮੀ ਭੂਮੱਧ ਰੇਖਾ 'ਤੇ ਆ, ਤਾਂ ਸਭ ਤੋਂ ਜ਼ਿਆਦਾ ਮੀਂਹ ਇੱਥੇ ਆਊਗਾ। ਅਤੇ ਕੋਂਗੋ ਨਦੀ ਦੇ ਵਿੱਚ ਬਹੁਤ ਪਾਣੀ ਹੁੰਦਾ, ਕਿਉਂਕਿ ਇਹ ਭੂਮੱਧ ਰੇਖਾ ਨੂੰ 2 ਵਾਰ ਪਾਰ ਕਰਦੀ ਹੈ। ਜਿੰਨਾ ਪਾਣੀ ਆਉਂਦਾ ਉਹ ਇਹ 'ਚ ਪਈ ਜਾਂਦਾ। ਉਸੇ ਤਰ੍ਹਾਂ ਇੱਕ ਹੋਰ ਨਦੀ ਹੈ ਲਿੰਪੋਪੋ ਨਦੀ, ਜਿਹੜੀ ਹੈਗੀ ਆ ਸਾਥੀਓ ਮਕਰ ਰੇਖਾ ਨੂੰ, ਟ੍ਰੋਪਿਕ ਆਫ ਕੈਪਰੀਕੌਰਨ ਕਹਿੰਦੇ ਨੇ, ਮਕਰ ਰੇਖਾ ਨੂੰ 2 ਵਾਰ ਕੱਟਦੀ ਹੈ। ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਅਤੇ ਅਫਰੀਕਾ ਦਾ ਸਭ ਤੋਂ ਉੱਚਾ ਜਿਹੜਾ ਝਰਨਾ, ਮੈਂ ਤੁਹਾਨੂੰ ਪਹਿਲਾਂ ਪੜ੍ਹਾ ਚੁੱਕੇ ਹਾਂ, ਭਾਰਤ ਦਾ ਸਭ ਤੋਂ ਉੱਚਾ ਝਰਨਾ ਕਿਹੜਾ ਸਾਥੀਓ? ਇਟ ਇਜ਼ ਜੋਗ ਝਰਨਾ, ਇਟ ਇਜ਼ ਗਿਰਸੋਪਾ। ਦੁਨੀਆ ਦਾ ਸਭ ਤੋਂ ਉੱਚਾ ਝਰਨਾ ਜਿਹੜਾ ਹੈਗਾ ਉਹ ਹੈਗਾ ਵਿਕਟੋਰੀਆ ਫਾਲ। ਅਸੀਂ ਦੇਖਦੇ ਹਾਂ ਕਿ ਇਹ ਕਿਹੜੀ ਨਦੀ 'ਤੇ ਬਣਿਆ ਹੋਇਆ ਹੈਗਾ? ਇਹ ਜ਼ਾਂਬੇਜ਼ੀ ਨਦੀ 'ਤੇ ਬਣਿਆ ਹੋਇਆ। ਸਮਝੇ ਗੱਲ ਨੂੰ? ਤਾਂ ਜ਼ਾਂਬੇਜ਼ੀ ਨਦੀ 'ਤੇ ਕੀ ਬਣਿਆ ਹੋਇਆ? ਵਿਕਟੋਰੀਆ ਫਾਲ ਬਣਿਆ ਹੋਇਆ। ਅੱਗੇ ਚੱਲਦੇ ਹਾਂ। ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਸਭ ਤੋਂ ਗਰਮ ਵਾਲਾ ਭੂ ਭਾਗ, ਜਿੱਥੇ ਸਭ ਤੋਂ ਜ਼ਿਆਦਾ ਗਰਮੈਸ਼ ਰਹਿੰਦੀ ਆ, ਜਿੱਥੇ ਸਾਨੂੰ ਸਭ ਤੋਂ ਜ਼ਿਆਦਾ ਦੈਟ ਇਜ਼ ਕੀ ਆ ਗਰਮ ਵਾਲਾ ਜਿਹੜਾ ਥਾਂ ਗਾ, ਤਾਂ ਉਹਦਾ ਨਾਂ ਹੈਗਾ ਅਲ ਅਜ਼ੀਜ਼ੀਆ। ਤਾਂ ਲਿਬੀਆ ਦੇਸ਼ ਵਿੱਚ ਪਾਇਆ ਜਾਂਦਾ।
58 ਡਿਗਰੀ ਸੈਲਸੀਅਸ ਤਾਪਮਾਨ ਰਹਿੰਦਾ। ਇਹ ਵੀ ਅਫਰੀਕਾ ਮਹਾਂਦੀਪ 'ਚ ਆ। ਅਫਰੀਕਾ ਮਹਾਂਦੀਪ ਨੂੰ ਸਮਝਣਾ ਹੋਵੇ ਤਾਂ ਅਫਰੀਕਾ ਜਿਹੜਾ ਉੱਪਰਲੀ ਭਾਗ ਆ ਉਹ ਸਾਰਾ ਮਾਰੂਥਲ ਆ, ਸਾਰਾ ਮਾਰੂਥਲ ਜੋ ਦੁਨੀਆ ਦਾ ਅਤੇ ਅਫਰੀਕਾ ਦਾ ਸਭ ਤੋਂ ਵੱਡਾ ਮਾਰੂਥਲ ਆ, ਉਹ ਸਾਨੂੰ ਅਫਰੀਕਾ ਮਹਾਂਦੀਪ 'ਚ ਦੇਖਣ ਨੂੰ ਮਿਲਦਾ। ਉੱਤਰੀ ਭਾਗ ਸਾਰਾ ਹੀ ਸਾਰਾ, ਜਿਹਦੇ ਵਿਚਕਾਰ ਲੀਬੀਆ, ਟਿਊਨੀਸ਼ੀਆ, ਸੀਰੀਆ, ਇਹ ਜਿਹੜੇ ਦੇਸ਼ ਆਉਂਦੇ ਨੇ, ਸੀਰੀਆ ਨਹੀਂ, ਸੀਰੀਆ ਤਾਂ ਏਸ਼ੀਆ 'ਚ ਆਉਂਦਾ, ਲੀਬੀਆ, ਟਿਊਨੀਸ਼ੀਆ ਵਰਗੇ ਜਿਹੜੇ ਦੇਸ਼ ਆਉਂਦੇ ਨੇ, ਇਹ ਸਾਰੇ ਕਹਿਣ ਦਾ ਮਤਲਬ ਸਹਾਰਾ ਮਾਰੂਥਲ ਦੇ ਭਾਗ ਹੈਗੇ ਨੇ। ਉੱਪਰਲੇ ਪਾਸਿਓਂ ਉੱਪਰਲਾ ਭਾਗ ਅਫਰੀਕਾ ਦਾ ਸਾਰਾ ਮਾਰੂਥਲ ਹੀ ਆ, ਹੇਠਲਾ ਭਾਗ ਸਾਰਾ ਦਾ ਸਾਰਾ ਸਾਨੂੰ ਮੈਦਾਨੀ ਅਤੇ ਪਹਾੜਾਂ ਵਾਲਾ ਖੇਤਰ ਦੇਖਣ ਨੂੰ ਮਿਲਦਾ। ਅਸੀਂ ਦੇਖਦੇ ਹਾਂ ਕਿ ਜਿਹੜਾ ਹੈਗਾ ਅਫਰੀਕਾ 'ਚ ਡਾਇਮੰਡ, ਹੀਰਾ, ਗੋਲਡ, ਸੋਨਾ ਅਤੇ ਕਾਪਰ, ਤਾਂਬਾ, ਇਹਦੀਆਂ ਵੱਡੀਆਂ ਖਦਾਨਾਂ ਦੇਖਣ ਨੂੰ ਮਿਲਦੀਆਂ ਨੇ। ਅੱਗੇ ਗੱਲ ਕਰੀਏ ਤੀਜੇ ਮਹਾਂਦੀਪ ਦੀ, ਇਟ ਇਜ਼ ਉੱਤਰੀ ਅਮਰੀਕਾ। ਸਾਥੀਓ ਅਮਰੀਕਾ ਕੋਈ ਮਹਾਂਦੀਪ ਨਹੀਂ ਹੈਗਾ, ਉੱਤਰੀ ਅਮਰੀਕਾ ਇੱਕ ਮਹਾਂਦੀਪ ਆ। ਸਾਥੀਓ ਉੱਤਰੀ ਅਮਰੀਕਾ ਦੇ ਵਿੱਚ ਮੁੱਖ ਤੌਰ 3 ਦੇਸ਼ ਹੀ ਪਾਏ ਜਾਂਦੇ ਨੇ, ਮੈਕਸੀਕੋ, ਕੈਨੇਡਾ ਅਤੇ ਅਮਰੀਕਾ। ਤਾਂ ਅਮਰੀਕਾ ਇੱਕ ਦੇਸ਼ ਆ, ਉੱਤਰੀ ਅਮਰੀਕਾ ਮਹਾਂਦੀਪ ਆ। ਅਤੇ ਉੱਤਰੀ ਅਮਰੀਕਾ ਮਹਾਂਦੀਪ ਸਾਥੀਓ ਕਿੱਥੇ ਪਾਇਆ ਜਾਂਦਾ ਗਾ? ਅਮਰੀਕਾ ਮਹਾਂਦੀਪ 'ਚ। ਉੱਤਰੀ ਅਮਰੀਕਾ ਜਿਹੜਾ ਦੇਸ਼ ਆ ਉੱਤਰੀ ਅਮਰੀਕਾ ਮਹਾਂਦੀਪ ਵਿੱਚ ਪਾਇਆ ਜਾਂਦਾ। ਅਸੀਂ ਦੇਖਦੇ ਹਾਂ ਕਿ ਕੈਨੇਡਾ ਸਭ ਤੋਂ ਦੈਟ ਇਜ਼ ਕੀ ਹੈਗਾ, ਇਹਦੇ 'ਚ ਇੰਪੋਰਟੈਂਟ ਦੇਸ਼ ਆ ਭਾਰਤੀਆਂ ਵਾਸਤੇ, ਕਿਉਂਕਿ ਬਹੁਤ ਸਾਰੇ ਭਾਰਤੀ ਇੱਥੇ ਜਾਂਦੇ ਨੇ ਅਤੇ ਬਹੁਤ ਸਾਰਾ ਰੁਪਈਆ ਰੈਮਿਟੈਂਸਿਸ ਦੇ ਵਿੱਚ ਸਾਡੇ ਦੇਸ਼ 'ਚ ਵਾਪਸ ਆਉਂਦਾ। ਮੁੰਡੇ ਜਾਂਦੇ ਨੇ ਕੈਨੇਡਾ 'ਚ ਕਮਾ ਕੇ ਭਾਰਤ ਨੂੰ ਭੇਜਦੇ ਨੇ, ਤਾਂ ਭਾਰਤ ਵਾਸਤੇ ਬਹੁਤ ਇੰਪੋਰਟੈਂਸ ਰੱਖਦਾ ਇਹ ਦੇਸ਼। ਪਰ ਅਸੀਂ ਦੇਖੀਏ ਇਹਨਾਂ 3 ਦੇਸ਼ਾਂ 'ਚੋਂ ਕੈਨੇਡਾ ਜਿਹੜਾ ਦੇਸ਼ ਆ ਉਹਦੀ ਸੀਮਾ ਸਭ ਤੋਂ ਜ਼ਿਆਦਾ ਪਾਣੀ ਨਾਲ, ਸਮੁੰਦਰ ਨਾਲ ਲੱਗਦੀ ਹੈ। ਤੁਸੀਂ ਦੇਖੋਗੇ ਇੱਕ ਪਾਸੇ ਇਹਦੇ ਪ੍ਰਸ਼ਾਂਤ ਮਹਾਸਾਗਰ ਲੱਗਦਾ, ਇੱਕ ਪਾਸੇ ਇਹਦੇ ਨਾਲ ਸਾਡਾ ਦੈਟ ਇਜ਼ ਕੀ ਆ ਗਿਆ, ਅੰਧ ਮਹਾਸਾਗਰ। 3 ਦੇਸ਼ਾਂ ਨਾਲ ਹੀ। ਚਲੋ ਉਸ ਨੂੰ ਕਿਤੇ ਮੈਪ ਦਿਖਾਊਂਗਾ ਤਾਂ ਉਦੋਂ ਸਮਝਾਊਂਗਾ ਗੱਲਾਂ ਬਾਤਾਂ। ਅਸੀਂ ਦੇਖਦੇ ਹਾਂ ਕਿ ਕੈਨੇਡਾ ਜਿਹੜਾ ਹੈਗਾ ਉਹ ਖੇਤਰਫਲ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਆ ਆਫਟਰ ਰਸ਼ੀਆ। ਰਸ਼ੀਆ ਸਭ ਤੋਂ ਵੱਡਾ ਦੇਸ਼ ਆ, ਫਿਰ ਕੈਨੇਡਾ, ਤੀਜੇ ਨੰਬਰ 'ਤੇ ਸਾਥੀਓ ਅਮਰੀਕਾ ਆਉਂਦਾ। ਧਿਆਨ ਰੱਖਣਾ ਖੇਤਰਫਲ ਪੱਖੋਂ। ਜੇ ਗੱਲ ਕਰੋ ਵਸੋਂ ਪੱਖੋਂ, ਸਭ ਤੋਂ ਜ਼ਿਆਦਾ ਚਾਈਨਾ, ਦੂਜੇ ਨੰਬਰ 'ਤੇ ਭਾਰਤ, ਤੀਜੇ ਨੰਬਰ 'ਤੇ ਸਾਥੀਓ ਕਿਹੜਾ ਦੇਸ਼ ਆਉਂਦਾ? ਇਹ ਕੁਐਸਚਨ ਵਾਰ-ਵਾਰ ਆਉਂਦਾ, ਇਹ ਆਉਂਦਾ ਅਮਰੀਕਾ। ਅਮਰੀਕਾ ਦੀ ਪਾਪੂਲੇਸ਼ਨ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤੀਜੇ ਨੰਬਰ 'ਤੇ ਕੀ ਹੈ ਸਾਡੇ ਸਾਹਮਣੇ ਆਉਂਦੀ ਆ। ਅਸੀਂ ਦੇਖਦੇ ਹਾਂ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਇੱਕ ਬਾਊਂਡਰੀ ਲਾਈਨ ਮਾਰੀ ਹੋਈ ਆ, ਜਿਹਨੂੰ ਨੰਜਾ ਪੈਰਲ ਕਹਿੰਦੇ ਨੇ। ਨੰਜਾ ਪੈਰਲ ਬਾਊਂਡਰੀ ਲਾਈਨ ਆ। ਜਿਵੇਂ ਭਾਰਤ ਅਤੇ ਪਾਕਿਸਤਾਨ ਦੀ ਬਾਊਂਡਰੀ ਲਾਈਨ ਕਿਹੜੀ ਹੈ ਸਾਥੀਓ? ਇਟ ਇਜ਼ ਅ ਰੈੱਡ ਕਲਿਫ। ਤਾਂ ਉਵੇਂ 49 ਪੈਰਲ USA ਅਤੇ ਕੈਨੇਡਾ ਦੇ ਵਿਚਕਾਰਲੀ ਲਾਈਨ। ਅਸੀਂ ਦੇਖਦੇ ਹਾਂ ਕਿ ਇੱਕ ਝੀਲ ਵਹਿੰਦੀ ਹੈ ਲੇਕ ਸੁਪੀਰੀਅਰ, ਬਹੁਤ ਹੀ ਇੰਪੋਰਟੈਂਟ ਆ। ਸੁਪੀਰੀਅਰ ਝੀਲ ਦੁਨੀਆ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਆ। ਤਾਂ ਅਸੀਂ ਦੇਖਦੇ ਹਾਂ ਕਿ ਇੱਕ ਜਗ੍ਹਾ ਆਉਂਦੀ ਆ ਓਨਟਾਰੀਓ। ਤੁਹਾਡੇ ਵਾਸਤੇ ਹੋਮਵਰਕ ਆ, ਤੁਸੀਂ ਦੱਸਣਾ ਕਿ ਓਨਟਾਰੀਓ ਦੇ ਸ਼ਹਿਰ ਆ ਇਹ ਕਿਹੜੇ ਦੇਸ਼ 'ਚ ਆਉਂਦਾ? ਇਹ ਅਮਰੀਕਾ 'ਚ ਆਉਂਦਾ ਜਾਂ ਕੈਨੇਡਾ 'ਚ ਆਉਂਦਾ? ਲੱਭਣਾ ਇਹਨੂੰ। ਅਸੀਂ ਦੇਖਦੇ ਹਾਂ ਕਿ ਬਹੁਤ ਹੀ ਇੰਪੋਰਟੈਂਟ ਕਨਾਲ ਨਹਿਰ ਹੈਗੀ ਆ, ਪਨਾਮਾ ਨਹਿਰ। ਪਨਾਮਾ ਨਹਿਰ ਜਿਹੜੀ ਹੈਗੀ ਆ, ਅਸੀਂ ਦੇਖਦੇ ਹਾਂ ਕਿ ਬਹੁਤ ਹੀ ਇੰਪੋਰਟੈਂਟ ਨਹਿਰ ਆ। ਇਹ ਅੰਧ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਕਰਦੀ ਵੱਖ ਕਰਦੀ ਆ। ਆਪਾਂ ਇੱਕ ਨਹਿਰ ਬਣਾਈ ਹੋਈ ਆ ਪਾਣੀ ਰਾਹੀਂ। ਅਸੀਂ ਜੇ ਪੈਸੀਫਿਕ ਓਸ਼ਨ ਤੋਂ ਅਟਲਾਂਟਿਕ ਜਾਣਾ ਤਾਂ ਪਨਾਮਾ ਨਹਿਰ ਵਿੱਚ ਦੀ ਜਾਂਦੇ ਹਾਂ। ਅਸੀਂ ਦੇਖਦੇ ਹਾਂ ਕਿ ਇਹ ਪਨਾਮਾ ਨਹਿਰ ਰਾਹੀਂ ਜਿਹੜਾ 2300 ਕਿਲੋਮੀਟਰ ਦਾ 23,000 ਕਿਲੋਮੀਟਰ ਜਿਹੜਾ ਸਫ਼ਰ ਸੀਗਾ ਉਹ ਦੈਟ ਇਜ਼ ਕੀ ਹੋ ਗਿਆ, ਘੱਟ ਗਿਆ ਇੱਕ ਨਹਿਰ ਬਣਾਉਣ ਦੇ ਨਾਲ। ਪਹਿਲਾਂ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੀ, ਪਰ ਹੁਣ ਦੈਟ ਇਜ਼ ਕੀ ਉਹਨੇ ਕੀ ਕਰਤਾ, ਰਸਤੇ ਨੂੰ ਘਟਾਤਾ। ਅੱਗੇ ਚੱਲਦੇ ਹਾਂ। ਅਗਲਾ ਜਿਹੜਾ ਮਹਾਂਦੀਪ ਆਉਂਦਾ ਸਾਥੀਓ ਉਹ ਆਉਂਦਾ ਗਾ ਦੱਖਣੀ ਅਮਰੀਕਾ। ਬਹੁਤ ਹੀ ਇੰਪੋਰਟੈਂਟ ਅਤੇ ਪਿਆਰਾ ਮਹਾਂਦੀਪ ਆ। ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਸਭ ਤੋਂ ਉੱਚਾ ਝਰਨਾ, ਮਾਫ਼ ਕਰਿਓ ਮੈਂ ਤੁਹਾਨੂੰ ਉੱਥੇ ਕਹਿ ਗਿਆ, ਉਹ ਅਫਰੀਕਾ ਦਾ ਸੀਗਾ। ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਝਰਨਾ ਗਾ ਏਂਜਲ ਝਰਨਾ, ਤਾਂ ਸਾਨੂੰ ਦੈਟ ਇਜ਼ ਕਿੱਥੇ ਦੇਖਣ ਨੂੰ ਮਿਲਦਾ? ਵੈਨੀਜ਼ੂਏਲਾ ਦੇ ਵਿਚਕਾਰ। ਸ਼ਾਇਦ ਮੈਂ ਉੱਥੇ ਤੁਹਾਨੂੰ ਦੁਨੀਆ ਦਾ ਕਹਿ ਗਿਆ, ਉੱਥੇ ਦੁਨੀਆ ਨਹੀਂ ਸੀ ਅਤੇ ਅਫਰੀਕਾ ਮਹਾਂਦੀਪ ਸੀ। ਇੱਥੇ ਆਉਂਦਾ ਦੁਨੀਆ ਦਾ ਸਭ ਤੋਂ ਉੱਚਾ ਝਰਨਾ ਏਂਜਲ ਝਰਨਾ। ਕਿਹੜੇ ਦੇਸ਼ 'ਚ ਆਉਂਦਾ? ਵੈਨੀਜ਼ੂਏਲਾ, ਦੱਖਣੀ ਅਮਰੀਕਾ ਮਹਾਂਦੀਪ 'ਚ। ਅਤੇ ਕਿਹੜੀ ਨਦੀ 'ਤੇ ਵਹਿੰਦਾ? ਇਟ ਇਜ਼ ਓਰੀਨੋਕੋ। ਓਰੀਨੋਕੋ ਨਦੀ 'ਤੇ ਸਾਨੂੰ ਇਹ ਝਰਨਾ ਦੇਖਣ ਨੂੰ ਮਿਲਦਾ। ਅੱਗੇ ਚੱਲਦੇ ਹਾਂ। ਅਸੀਂ ਦੇਖਦੇ ਹਾਂ ਕਿ ਦੁਨੀਆ ਦੀ ਸਭ ਤੋਂ ਲੰਬੀ ਦੂਜੇ ਨੰਬਰ ਦੀ ਨਦੀ, ਦੁਨੀਆ ਦੀ ਦੂਜੇ ਨੰਬਰ ਸਭ ਤੋਂ ਲੰਬੀ ਨਦੀ ਕਿਹੜੀ ਆ ਸਾਥੀਓ? ਐਮੇਜ਼ੋਨ ਨਦੀ ਆ।
ਦੁਨੀਆ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਸਾਥੀਓ? ਤਾਂ ਐਮੇਜ਼ੋਨ ਨਦੀ ਹੈ। ਤੁਸੀਂ ਕਹੋਗੇ ਸਰ ਜੀ ਦੋਨੇ ਗੱਲਾਂ ਇੱਕੋ ਨੇ। ਨਹੀਂ, ਦੋਨੇ ਗੱਲਾਂ ਇੱਕੋ ਨਹੀਂ ਹੈਗੀਆਂ। ਜਦੋਂ ਮੈਂ ਕਹਾਂ ਲੰਬੀ, ਇਹਦਾ ਮਤਲਬ ਲੰਬੀ ਆ, ਪਰੰਤੂ ਪਾਣੀ ਦੀ ਮਾਤਰਾ ਤਾਂ ਘੱਟ ਹੋ ਸਕਦੀ ਹੈ ਨਾ। ਜਦੋਂ ਮੈਂ ਕਹਾਂ ਵੱਡੀ, ਇਹਦਾ ਮਤਲਬ ਉਹ ਭਾਵੇਂ ਲੰਬਾਈ ਛੋਟੀ ਹੋਵੇ ਪਰ ਪਾਣੀ ਦੀ ਮਾਤਰਾ ਕੀ ਹੋਊਗੀ? ਜ਼ਿਆਦਾ। ਦੁਨੀਆ ਦੀ ਦੂਜੀ ਸਭ ਤੋਂ ਲੰਬੀ ਅਤੇ ਪਾਣੀ ਦੀ ਸਭ ਤੋਂ ਵੱਡੀ ਨਦੀ ਜਿਹੜੀ ਨਦੀ ਆ ਐਮੇਜ਼ੋਨ, ਉਹ ਸਾਨੂੰ ਸਾਊਥ ਅਮਰੀਕਾ ਮਹਾਂਦੀਪ 'ਚ ਦੇਖਣ ਨੂੰ ਮਿਲਦੀ ਹੈ। ਦੁਨੀਆ ਦੀ ਸਭ ਤੋਂ ਲੰਬੀ ਪਰਬਤ ਸ਼੍ਰੰਖਲਾ, ਦੁਨੀਆ ਦੀ ਸਭ ਤੋਂ ਲੰਬੀ ਪਰਬਤ ਸ਼੍ਰੰਖਲਾ ਐਂਡੀਜ਼ ਪਰਬਤ ਸ਼੍ਰੇਣੀ ਵੀ ਸਾਊਥ ਅਮਰੀਕਾ ਮਹਾਂਦੀਪ 'ਚ ਆ। ਦੁਨੀਆ ਦੀ ਸਭ ਤੋਂ ਉੱਚੀ ਪਰਬਤ ਸ਼੍ਰੰਖਲਾ ਸਾਥੀਓ ਹਿਮਾਲਿਆ ਪਰਬਤ ਨੇ, ਜੋ ਸਾਨੂੰ ਦੇਖਣ ਨੂੰ ਮਿਲਦੇ ਨੇ ਏਸ਼ੀਆ ਮਹਾਂਦੀਪ 'ਚ। ਪਰ ਦੁਨੀਆ ਦੀ ਸਭ ਤੋਂ ਲੰਬੀ ਸ਼੍ਰੰਖਲਾ ਐਂਡੀਜ਼ ਪਰਬਤ ਸ਼੍ਰੇਣੀ, ਧਿਆਨ ਰੱਖਣਾ ਕਿੱਥੇ? ਸਾਊਥ ਅਮਰੀਕਾ ਮਹਾਂਦੀਪ 'ਚ ਆ। ਅਤੇ ਰੌਕੀਜ਼ ਪਰਬਤ ਸ਼੍ਰੇਣੀ ਸਾਨੂੰ ਉੱਤਰੀ ਅਮਰੀਕਾ ਦੇਸ਼ 'ਚ ਦੇਖਣ ਨੂੰ ਮਿਲਦੀ ਆ। ਅਸੀਂ ਦੇਖਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੀ ਕੌਫੀ ਆ ਉਹ ਬ੍ਰਾਜ਼ੀਲ 'ਚ ਪੈਦਾ ਹੁੰਦੀ ਆ। ਤਾਂ ਬ੍ਰਾਜ਼ੀਲ ਜੋ ਬਹੁਤ ਹੀ ਇੰਪੋਰਟੈਂਟ ਦੇਸ਼ ਵੀ ਆ ਫੁੱਟਬਾਲ ਦਾ। ਸਾਥੀ ਦੱਸੋ ਕਿਹੜਾ ਪਲੇਅਰ ਆ ਬ੍ਰਾਜ਼ੀਲ ਦਾ? ਨਾਮ ਬਾਰ-ਬਾਰ ਆਉਂਦਾ ਹੁੰਦਾ। ਤਾਂ ਅਸੀਂ ਦੇਖਦੇ ਹਾਂ ਕਿ ਕ੍ਰਿਸਚੀਅਨੋ ਰੋਨਾਲਡੋ ਬ੍ਰਾਜ਼ੀਲ ਦਾ ਬਹੁਤ ਹੀ ਤਕੜਾ ਪਲੇਅਰ ਆ, ਯਾਦ ਰੱਖਣਾ ਨਾਮ ਨੂੰ। ਅਤੇ ਬ੍ਰਾਜ਼ੀਲ ਕੌਫੀ ਦੇ ਲਈ ਬਹੁਤ ਹੀ ਜ਼ਿਆਦਾ ਪ੍ਰਸਿੱਧ ਦੇਸ਼ ਹੈਗਾ। ਅਸੀਂ ਦੇਖਦੇ ਹਾਂ ਕਿ ਬ੍ਰਾਜ਼ੀਲ ਇੱਕ ਅਜਿਹਾ ਦੇਸ਼ ਆ ਜਿਹੜਾ ਕਿ ਇਕੁਏਟਰ ਅਤੇ ਹੇਠਲੇ ਪਾਸੇ ਆਉਂਦੀ ਆ ਮਕਰ ਰੇਖਾ। ਤਾਂ ਮਕਰ ਰੇਖਾ ਦੇ ਵਿੱਚ ਦੀ ਪਾਸ ਕਰਦਾ ਅਤੇ ਭੂਮੱਧ ਰੇਖਾ ਦੇ ਵਿੱਚ ਵੀ। ਭਾਰਤ ਸਾਥੀਓ ਕਿਹੜੀ ਰੇਖਾ ਨੂੰ ਪਾਰ ਕਰਦਾ? ਤਾਂ ਅਸੀਂ ਦੇਖਾਂਗੇ ਭਾਰਤ ਵਿੱਚ ਦੀ ਭੂਮੱਧ ਰੇਖਾ ਜਾਂ ਮਕਰ ਰੇਖਾ ਨਹੀਂ ਲੰਘਦੀ, ਭਾਰਤ ਵਿੱਚ ਦੀ ਕਰਕ ਰੇਖਾ ਲੰਘਦੀ, ਧਿਆਨ ਰੱਖਣਾ ਇਹ ਗੱਲ। ਅਗਲਾ ਦੇਸ਼ ਹੈ ਸਾਥੀਓ ਯੂਰਪ। ਬਹੁਤ ਹੀ ਸੋਹਣਾ ਦੇਸ਼, ਬਹੁਤ ਹੀ ਅਮੀਰ ਦੇਸ਼ ਜਿਹੜਾ ਹੈਗਾ ਉਹ ਯੂਰਪ ਨੂੰ ਕਿਹਾ ਜਾਂਦਾ। ਪਰ ਅੱਜ ਕੱਲ੍ਹ ਅਮੀਰੀ ਘਟੀ ਜਾਂਦੀ ਆ। ਅਮੀਰੀ ਅੱਜ ਕੱਲ੍ਹ ਏਸ਼ੀਆ ਮਹਾਂਦੀਪ 'ਚ ਆ ਰਹੀ ਆ। ਹੁਣ ਜਿਹੜਾ ਆਉਣ ਵਾਲੀ ਸਾਥੀਓ ਸਦੀ ਆ ਨਾ, 21ਵੀਂ ਸਦੀ ਦੀ 'ਚ ਆਪਾਂ ਜਿਉਂ ਰਹੇ ਹਾਂ। ਧੰਨਵਾਦ ਕਰਿਆ ਕਰੋ ਵੀ ਆਪਾਂ ਇਹ ਸਦੀ ਜਿਉਂ ਰਹੇ ਹਾਂ। ਜਿਹੜੀ ਪੁਰਾਣੀ ਸਦੀ ਲੰਘ ਚੁੱਕੀ ਆ 1901 ਤੋਂ 2000 ਵਾਲੀ ਸਦੀ ਸਾਥੀਓ, ਇਹ ਸਦੀ ਸੀ ਯੂਰਪ ਮਹਾਂਦੀਪ ਦੀ। ਯੂਰਪ ਨੇ ਇਹਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ। ਜਿਵੇਂ ਅਸੀਂ ਦੇਖਦੇ ਹਾਂ ਕਿ 1900 ਤੋਂ ਲੈ ਕੇ 2000 ਤੱਕ ਬਹੁਤ ਤਰੱਕੀਆਂ ਯੂਰਪ ਮਹਾਂਦੀਪ 'ਚ ਹੋਈਆਂ। ਪਰੰਤੂ ਜਦੋਂ ਦੀ ਇਹ ਸਦੀ ਚੜ੍ਹੀ ਆ 2001 ਤੋਂ ਲੈ ਕੇ ਹੁਣ ਤੱਕ 20 ਸਾਲਾਂ 'ਚ ਅਸੀਂ ਦੇਖਿਆ ਕਿ ਯੂਰਪ ਮਹਾਂਦੀਪ ਬਹੁਤ ਘਟ ਰਿਹਾ। ਪਰ ਸਾਡਾ ਏਸ਼ੀਆ ਮਹਾਂਦੀਪ ਅਸੀਂ ਦੇਖਦੇ ਹਾਂ, ਭਾਵੇਂ ਉਹ ਦੇਸ਼ ਹੋਣ ਭਾਰਤ, ਭਾਵੇਂ ਹੋਵੇ ਚਾਈਨਾ, ਭਾਵੇਂ ਜਪਾਨ, ਤੁਸੀਂ ਜਿੰਨੇ ਵੀ ਦੇਸ਼ ਦੇਖੋਗੇ ਸਭ ਦੀ ਤਰੱਕੀ ਜਿਹੜੀ ਹੈਗੀ ਆ ਉਹ ਲੈਵਲ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਐਜ਼ ਕੰਪੇਅਰ ਟੂ ਯੂਰਪ ਦੇ ਮਹਾਂਦੀਪਾਂ ਨਾਲੋਂ। ਤਾਂ ਆਉਣ ਵਾਲੇ 20-25 ਸਾਲ ਜਿਹੜਾ ਯੂਰਪ ਆਪਾਂ ਭਾਲਦੇ ਹਾਂ ਵੀ ਯੂਰਪ 'ਚ ਆ, ਉਹ ਪੁੱਤਰੋ ਆਪਣੇ ਤੋਂ ਮੰਗਿਆ ਕਰਨਗੇ ਉਹ ਵੀ ਯਾਰ ਇਹ ਇੰਡੀਆ 'ਚ ਆਹ ਹੈਗਾ, ਚਾਈਨਾ 'ਚ ਆਹ ਹੈਗਾ, ਜਪਾਨ 'ਚ ਇਹ ਆ, ਸਾਨੂੰ ਆਹ ਚਾਹੀਦਾ। ਅੱਜ ਕੱਲ੍ਹ ਆਪਾਂ ਜਾਂਦੇ ਹਾਂ ਆਇਲਸ ਦਾ ਵੀਜ਼ਾ ਲਵਾ ਕੇ, ਉੱਧਰੋਂ ਫਿਰ ਬਾਅਦ ਵਿੱਚ ਕਰੋ 20-50 ਸਾਲਾਂ ਬਾਅਦ ਉੱਥੇ ਹਿੰਦੀ ਦੀਆਂ ਕਲਾਸਾਂ ਲੱਗਿਆ ਕਰਨਗੀਆਂ। ਸਮਝੇ ਗੱਲ? ਹਿੰਦੀ ਪੜ੍ਹਾ ਕੇ ਵੀ ਭਾਈ ਆਹ ਚੱਕੋ ਟੈਸਟ ਲਿਆ ਜਾਊਗਾ, ਹਿੰਦੀ ਆਊਗੀ ਤਾਂ ਸਾਨੂੰ ਇੰਡੀਆ 'ਚ ਐਂਟਰੀ ਹੋਇਆ ਕਰੂਗੀ। ਤਾਂ ਵਧੀਆ ਗੱਲ ਆ, ਆਪਾਂ ਨੂੰ ਹਿੰਦੀ ਜਾਂ ਪੰਜਾਬੀ ਆਉਂਦੀ ਆ ਤਾਂ ਉੱਥੇ ਤੁਸੀਂ ਬਾਹਰ ਜਾ ਕੇ ਕਲਾਸਾਂ ਵੀ ਲਾ ਸਕਦੇ ਹੋ। ਅੱਗੇ ਚੱਲਦੇ ਹਾਂ। ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਇੱਕ ਦੈਟ ਇਜ਼ ਕਿ ਇੰਪੋਰਟੈਂਟ ਦੇਸ਼ ਕਿਹੜਾ ਹੈਗਾ? UK। ਤਾਂ ਯੂਨਾਈਟਿਡ ਕਿੰਗਡਮ। ਤਾਂ UK ਜਿਹੜਾ ਸਾਥੀਓ ਦੇਸ਼ ਆ, ਧਿਆਨ ਰੱਖਣਾ ਇਹ ਅਸਲ ਵਿੱਚ 3 ਰਾਜੇ ਸੀਗੇ। ਦੇਖੋ ਹੇਠਾਂ ਦੇਖੋ, UK 2 ਦੇਸ਼ਾਂ ਤੋਂ ਮਿਲ ਕੇ ਬਣਿਆ ਹੋਇਆ, ਇੱਕ ਬ੍ਰਿਟਨ, ਇੱਕ ਨਾਰਦਰਨ ਆਇਰਲੈਂਡ। ਧਿਆਨ ਰੱਖਣਾ UK ਅਤੇ ਬ੍ਰਿਟਨ 'ਚ ਹੀ ਫਰਕ ਆ। UK ਅਤੇ ਬ੍ਰਿਟਨ, ਜਿਹੜਾ UK ਆ ਯੂਨਾਈਟਿਡ ਕਿੰਗਡਮ, ਉਹ 2 ਯੂਨਾਈਟਿਡ ਭਾਵ ਜੁੜੀਆਂ, ਕਿੰਗਡਮ ਭਾਵ ਰਿਆਸਤਾਂ, 2 ਰਿਆਸਤਾਂ ਤੋਂ ਮਿਲ ਕੇ ਬਣਿਆ, ਬ੍ਰਿਟਨ ਅਤੇ ਨਾਰਦਰਨ ਆਇਰਲੈਂਡ ਤੋਂ। ਅੱਗੇ ਅਸੀਂ ਦੇਖਦੇ ਹਾਂ ਬ੍ਰਿਟਨ ਆ, ਉਹ 3 ਰਿਆਸਤਾਂ ਤੋਂ ਮਿਲ ਕੇ ਬਣੀ ਹੋਈ ਆ। ਕਿਹੜੀ? ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼। ਸਾਥੀਓ ਬਹੁਤ ਪੇਪਰਾਂ 'ਚ ਕੁਐਸਚਨ ਆਇਆ ਕਿਹੜਾ ਬ੍ਰਿਟਨ ਆ ਜਿਹਨੇ ਸਾਡੇ 'ਤੇ ਰਾਜ ਕੀਤਾ, ਉਹ ਕਿਹੜੇ ਦੇਸ਼ ਤੋਂ ਮਿਲ ਕੇ ਬਣਿਆ ਹੋਇਆ? ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਤੋਂ। ਅਤੇ ਜਿਹੜਾ UK ਆ ਉਹ ਬ੍ਰਿਟਨ ਭਾਵ 3 ਦੇਸ਼ ਆ ਹੋ ਗਏ ਅਤੇ ਆਇਰਲੈਂਡ, ਇਹਨਾਂ ਤੋਂ ਮਿਲ ਕੇ ਬਣਦਾ। ਯੂਰਪ ਦਾ ਸਭ ਤੋਂ ਵੱਡਾ ਜਿਹੜਾ ਦੇਸ਼ ਆ ਉਹ ਰਸ਼ੀਆ। ਧਿਆਨ ਰੱਖੋ ਰਸ਼ੀਆ ਨੂੰ ਅਸੀਂ ਏਸ਼ੀਆ ਮਹਾਂਦੀਪ 'ਚ ਕਾਊਂਟ ਨਹੀਂ ਕਰਦੇ, ਅਸੀਂ ਰਸ਼ੀਆ ਨੂੰ ਜ਼ਿਆਦਾਤਰ ਕੀ 'ਚ ਮਾਪਦੇ ਹਾਂ? ਯੂਰਪ ਮਹਾਂਦੀਪ 'ਚ ਮਾਪਦੇ ਹਾਂ। ਅਸੀਂ ਦੇਖਦੇ ਹਾਂ ਕਿ ਸਭ ਤੋਂ ਛੋਟਾ ਦੇਸ਼ ਦੁਨੀਆ ਦਾ ਵੈਟੀਕਨ ਸਿਟੀ ਜਿੱਥੇ ਪੋਪ ਰਾਜ ਕਰਦਾ, ਲਗਭਗ 1000 ਕੁ ਆਬਾਦੀ ਆ। ਉਹ ਪੋਪ ਜਿੱਥੇ ਰਾਜ ਕਰ ਰਿਹਾ ਹੈਗਾ ਉਹ ਦੁਨੀਆ ਦਾ ਸਭ ਤੋਂ ਛੋਟਾ, ਖੇਤਰਫਲ ਪੱਖੋਂ ਵੀ ਅਤੇ ਵਸੋਂ ਪੱਖੋਂ ਵੀ ਸਭ ਤੋਂ ਛੋਟਾ ਦੇਸ਼ ਆ। ਅੱਗੇ ਚੱਲਦੇ ਹਾਂ ਆਸਟ੍ਰੇਲੀਆ ਮਹਾਂਦੀਪ ਦੇ ਵਿੱਚ ਮੁੱਖ ਤੌਰ 'ਤੇ ਆਸਟ੍ਰੇਲੀਆ ਦੇਸ਼ ਹੀ ਪਾਇਆ ਜਾਂਦਾ। ਜ਼ਿਆਦਾਤਰ ਇਹ ਖੇਤੀਬਾੜੀ ਵਾਲਾ ਸੂਬਾ। ਆਪਣੇ ਜਿਹੜੇ ਪੰਜਾਬੀ ਲੋਕ ਨੇ ਜਾਂਦੇ ਨੇ
ਉਹ ਤਾਂ ਮੇਨ ਕਾਰਨ ਇਹ ਹੈ ਵੀ ਇੱਥੇ ਜਿਹੜੀ ਸਾਰੀ ਅਰਥ ਵਿਵਸਥਾ ਨੇ ਦੀ ਖੇਤੀ 'ਤੇ ਨਿਰਭਰ ਆ। ਤਾਂ ਖੇਤੀਬਾੜੀ ਇੱਕ ਵੱਡਾ ਧੰਦਾ, ਬਹੁਤ ਹੀ ਵੱਡਾ ਮਹਾਂਦੀਪ ਆ, ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਆ, ਜ਼ਮੀਨਾਂ ਬਹੁਤ ਨੇ, ਤਾਂ ਉਹਨਾਂ ਲੋਕਾਂ ਨੂੰ ਇੰਨੀ ਖੇਤੀਬਾੜੀ ਨਹੀਂ ਕਰਨੀ ਆਉਂਦੀ, ਕਿਉਂਕਿ ਪਹਿਲਾਂ ਇਹਨੂੰ ਪਤਾ ਨਹੀਂ ਸੀਗਾ ਕਿਸੇ ਬਾਰੇ ਵੀ। ਬਹੁਤ ਵਧੀਆ ਗੱਲ ਦੱਸਦਾ, ਇਹ ਮਹਾਂਦੀਪ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ, ਇੱਕ ਉਜਾੜ ਸੀਗਾ। ਫਿਰ ਹੌਲੀ ਹੌਲੀ ਇੱਥੇ ਅੰਗਰੇਜ਼ ਗਏ, ਭਾਵੇਂ ਯੂਰਪੀਅਨਸ ਗਏ, ਯੂਰੋਪੀਅਨਸ ਨੇ ਜਾ ਕੇ ਇੱਥੇ ਬਸਤੀਆਂ ਬਣਾਈਆਂ, ਉੱਥੇ ਖੇਤੀਬਾੜੀ ਕਰਨਾ ਸਟਾਰਟ ਕੀਤਾ। ਹੁਣ ਯੂਰੋਪੀਅਨਸ ਤਾਂ ਆਪ ਹੀ ਬਹੁਤ ਥੋੜ੍ਹੇ ਨੇ, ਉਹਨਾਂ ਦੀ ਗਿਣਤੀ ਆਪ ਵੀ ਬਹੁਤ ਥੋੜ੍ਹੀ ਆ, ਤਾਂ ਉਹ ਕਹਿੰਦੇ ਵੀ ਕੀ ਕੀਤਾ ਜਾਵੇ। ਤਾਂ ਹੌਲੀ ਹੌਲੀ ਆਪਣੇ ਭਾਰਤੀਆਂ ਨੂੰ ਗੁਲਾਮ ਬਣਾ ਕੇ, ਜਦੋਂ ਭਾਰਤ 'ਤੇ ਰਾਜ ਕਰਦੇ ਸੀ, ਗੁਲਾਮ ਬਣਾ ਕੇ ਹੌਲੀ ਹੌਲੀ ਜਾਣ ਲੱਗੇ। ਹੁਣ ਜਦੋਂ ਉਹਨਾਂ ਨੂੰ ਆਜ਼ਾਦੀ ਮਿਲ ਗਈ ਤਾਂ ਅਸੀਂ ਦੇਖਦੇ ਹਾਂ ਕਿ ਹੁਣ ਉਹ ਵੀਜ਼ੇ ਲਵਾ ਕੇ ਨਾਲ 10-12 ਲੱਖ ਰੁਪਏ ਜੇਬ 'ਚ ਪਾ ਲੈਂਦੇ ਨੇ ਆਪਦੇ, ਵੀ ਭਾਈ ਦੈਟ ਇਜ਼ ਕਿ ਤੁਹਾਨੂੰ ਬਾਹਰ ਲੈ ਕੇ ਜਾਣੇ ਆ। ਉੱਥੇ ਜਾ ਕੇ ਬੰਦਾ ਕਰਦਾ ਖੇਤੀਬਾੜੀ ਵੀ ਆ, ਪਰ ਫਰਕ ਇਹ ਹੈ ਵੀ ਉੱਥੇ ਇੰਗਲੈਂਡ ਵਰਗਿਆਂ ਦਾ ਰਾਜ ਰਿਹਾ, ਤਾਂ ਉੱਥੇ ਕੀ ਚੱਲਦੇ ਨੇ, ਡਾਲਰਸ ਚੱਲਦੇ ਨੇ, ਤਾਂ ਉਹੀ ਸੰਪੱਤੀ ਚੱਲ ਰਹੀ ਹੈ। ਅੱਗੇ ਚੱਲਦੇ ਹਾਂ। ਇਹਦਾ ਸਭ ਤੋਂ ਵੱਡਾ ਦੇਸ਼ ਮੇਨ ਦੇਸ਼ ਆਸਟ੍ਰੇਲੀਆ, ਅਤੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਸ਼ਹਿਰ ਆ ਉਹ ਸਾਥੀਓ ਯਾਦ ਰੱਖਣਾ ਕਿਹੜਾ ਗਾ, ਸਿਡਨੀ। ਇੱਕ ਇੱਥੇ ਨਦੀ ਵਹਿੰਦੀ ਹੈ, ਯਾਦ ਰੱਖਣਾ ਕਿਹੜੀ ਨਦੀ ਵਹਿੰਦੀ ਹੈ ਇੱਥੇ, ਮੁਰੇ ਡਾਰਲਿੰਗ ਨਦੀ ਦਾ ਨਾਂ ਸਾਥੀਓ, ਬਹੁਤ ਹੀ ਇੰਪੋਰਟੈਂਟ ਨਦੀ ਹੈ ਆਸਟ੍ਰੇਲੀਆ ਦੀ, ਮੁਰੇ ਡਾਰਲਿੰਗ ਨਦੀ ਇਹਦੇ ਵਿੱਚ ਵਹਿੰਦੀ ਹੈ। ਅਤੇ ਕੰਗਾਰੂ ਤੁਹਾਨੂੰ ਪਤਾ ਹੀ ਹੋਣਾ ਕਿ ਇੱਥੋਂ ਦਾ ਕੀ ਜਾਨਵਰ ਆ। ਅੱਗੇ ਚੱਲਦੇ ਹਨ। ਅੰਟਾਰਕਟਿਕਾ ਸਾਥੀਓ, ਉਹ ਮਹਾਂਦੀਪ ਜਿੱਥੇ ਕੋਈ ਦੇਸ਼ ਨਹੀਂ, ਤਾਂ ਉੱਤਰ ਆਊਗਾ ਅੰਟਾਰਕਟਿਕਾ ਮਹਾਂਦੀਪ 'ਤੇ ਕੋਈ ਦੇਸ਼ ਨਹੀਂ। ਇਹਦੀ ਖੋਜ 1820 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਰੋਨਾਲਡ ਐਮੰਡਸਨ ਦੁਆਰਾ ਇਹਦੀ ਖੋਜ ਕੀਤੀ ਗਈ ਸੀ, ਜਦੋਂ ਉਹ ਦੈਟ ਇਜ਼ ਕਿੱਥੇ ਪਹੁੰਚਦੇ ਨੇ, ਸਾਊਥ ਪੋਲ ਇਨ ਅੰਟਾਰਕਟਿਕਾ ਦੇ ਵਿੱਚ ਪਹੁੰਚਦੇ ਨੇ। ਅਸੀਂ ਇਹ ਮਹਾਂਦੀਪ ਨੂੰ ਕੌਂਟੀਨੈਂਟ ਫॉर ਸਾਇੰਸ, ਵਿਗਿਆਨ ਦਾ ਮਹਾਂਦੀਪ ਕਹਿੰਦੇ ਹਾਂ, ਕਿਉਂਕਿ ਇੱਥੇ ਕੋਈ ਦੇਸ਼ ਨਹੀਂ ਰਹਿੰਦਾ, ਪਰੰਤੂ ਵਿਗਿਆਨੀਆਂ ਦੀਆਂ ਬਸਤੀਆਂ ਬਣੀਆਂ ਹੋਈਆਂ ਨੇ। ਵਿਗਿਆਨੀ ਵੱਖੋ ਵੱਖਰੇ ਇਹਦੇ ਕੀ ਐਕਸਪੈਰੀਮੈਂਟਸ ਕਰਦੇ ਨੇ। ਸਾਥੀਓ ਤੁਹਾਨੂੰ ਵੀ ਮੌਕਾ ਮਿਲ ਸਕਦਾ, ਜਿਹੜੇ ਆਪਣੇ ਯੂਨਾਈਟਿਡ ਨੇਸ਼ਨਸ ਵਾਲੇ ਹੁੰਦੇ ਨੇ, ਉਹ ਇੱਥੇ ਦੈਟ ਇਜ਼ ਕੀ ਹੈ ਫੌਜਾਂ ਨੂੰ ਭੇਜਦੇ ਨੇ ਪ੍ਰੋਪਰਲੀ ਰਿਸਰਚ ਕਰਨ ਵਾਸਤੇ, ਤਾਂ ਤੁਹਾਨੂੰ ਮੌਕਾ ਮਿਲ ਸਕਦਾ ਉਹਨਾਂ ਦੇ ਨਾਲ ਜਾਣ ਦਾ। ਅਸੀਂ ਦੇਖਦੇ ਹਾਂ ਕਿ ਮਾਊਂਟ ਐਰੀਬਰਸ ਇੱਕੋ ਇੱਕ ਮੇਨ ਐਕਟਿਵ ਵੋਲਕੈਨੋ ਜਵਾਲਾਮੁਖੀ ਵਗਦਾ ਅੰਟਾਰਕਟਿਕਾ ਮਹਾਂਦੀਪ ਵਿਚਕਾਰ। ਅਸੀਂ ਦੇਖਦੇ ਹਾਂ ਕਿ ਬਿਲਕੁਲ ਜੰਮਿਆ ਹੋਇਆ ਹੈਗਾ, ਇਹਦੇ ਵਿੱਚ ਸਾਨੂੰ ਦੈਟ ਇਜ਼ ਕੀ ਆ, ਬਿਲਕੁਲ ਬਹੁਤ ਮੋਟੀ ਪਰਤ ਸਾਨੂੰ ਕਿੰਨੀ ਮਿਲਦੀ ਹੈ, ਬਰਫ਼ ਦੀ ਮਿਲਦੀ ਆ। ਪਰੰਤੂ ਮਾੜੀ ਗੱਲ ਆ ਕਿ ਅੱਜ ਕੱਲ੍ਹ ਇਹ ਬਰਫ਼ ਪਤਲੀ ਹੋ ਰਹੀ ਆ, ਜਿਹਦੇ ਕਰਕੇ ਇਹ ਮਹਾਂਦੀਪ ਟੁੱਟ ਰਿਹਾ, ਤਾਂ ਉਹਦਾ ਪਾਣੀ ਸਮੁੰਦਰਾਂ 'ਚ ਆ ਰਿਹਾ, ਸਮੁੰਦਰ ਉੱਚੇ ਹੋ ਰਹੇ ਨੇ, ਜਿਹਦੇ ਕਰਕੇ ਆਪਣੇ ਏਸ਼ੀਆ ਅਫਰੀਕਾ ਮਹਾਂਦੀਪ 'ਤੇ ਜਿਹੜੇ ਸ਼ਹਿਰ ਨੇ, ਤੁਹਾਨੂੰ ਮੈਂ ਪਹਿਲਾਂ ਸਮਝਾਇਆ ਸੀ, ਜਿਵੇਂ ਮੁੰਬਈ, ਜਿਵੇਂ ਕਲਕੱਤਾ, ਉਹਨਾਂ ਦੇ ਪਾਣੀ ਵਿੱਚ ਜਾਣ ਦਾ, ਸਮਾਉਣ ਦਾ ਖਤਰਾ ਕੀ ਆ, ਵੱਧ ਚੁੱਕਿਆ। ਅਸੀਂ ਦੇਖਦੇ ਹਾਂ ਕਿ ਇਹਨੂੰ ਵਾਈਟ ਕੌਂਟੀਨੈਂਟ ਵੀ ਕਿਹਾ ਜਾਂਦਾ। ਤਾਂ ਸਾਥੀਓ, ਇਹ ਸੀ ਆਪਣੇ 7 ਮਹਾਂਦੀਪ। ਇਹਨਾਂ ਬਾਰੇ ਗੱਲਾਂ ਬਾਤਾਂ ਤੁਹਾਨੂੰ ਮੈਂ ਦੱਸੀਆਂ, ਹੋਪ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਹੋਣਗੀਆਂ। ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਅਤੇ ਜੇ ਚੰਗਾ ਲੱਗੇ ਇਹਨੂੰ ਅੱਗੇ ਸ਼ੇਅਰ ਵੀ ਕਰਨਾ। ਸਾਥੀਓ ਬਹੁਤ ਬਹੁਤ ਧੰਨਵਾਦ।